ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਦੋਹਰਾ ਮਨਮੁਖ ਹਾਰਤ ਜਗਤ ਮਹਿ ਗੁਰਮੁਖ ਜਾਵਹਿ ਜੀਤਾ ਪ੍ਰਭਤ ਪ੍ਰਾਰਤ ਸ਼ਾਬਦ ਸਿਦਕ ਸਪਿਰੀਤ ਪ੍ਰਤੀਤ ਹੈ ਚੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰ ਸੰਗਤਾਂ ਨੂੰ ਪਰਖਣ ਵਾਸਤੇ ਕਿ ਭਲਾ ਸਾਡਾ ਹੁਕਮ ਮੰਨਦੇ ਹੈ ਕਿ ਨਹੀਂ, ਹੁਕਮ ਦਿੱਤਾ ਆਈ ਹੋਈ ਸੰਗਤ ਨੂੰ ਬਈ 3 ਦਿਨ ਕਿਸੇ ਨੂੰ ਘਰੇ ਨਹੀਂ ਜਾਣ ਦੇਣਾ। ਪਰ ਕੁਝ ਸੰਗਤਾਂ ਲਿਖਿਆ ਮਾਲਵੇ ਦੀਆਂ ਜਿਨ੍ਹਾਂ ਨੇ ਮੱਥਾ ਟੇਕ ਕੇ ਮੁੜਨਾ ਸੀ, ਬਸ ਉਹ ਵਿਚਾਰੇ ਘਬਰਾ ਗਏ ਵੀ ਹੁਣ ਘਰੇ ਕਿਵੇਂ ਜਾਈਏ। ਤੇ ਬਿਉਂਤ ਬਣਾਈ ਇੱਕ ਮਨੁੱਖ ਨੂੰ ਸੀੜੀ ਤੇ ਪਾ ਲਿਆ ਤੇ ਮੁਰਦਾ ਬਣਾ ਕੇ ਉਹਦੇ ਪਿੱਛੇ ਰੋਣ ਲੱਗੇ, ਰਾਮ ਨਾਮ ਸਤ ਕਰਨ ਲੱਗੇ, ਆਦਿ ਆਦਿ ਸ਼ਬਦ ਗਾਉਣ ਲੱਗੇ, ਕੀਰਤਨ ਕਰਨ ਲੱਗੇ। ਪਹਿਰੇਦਾਰਾਂ ਨੇ ਪੁੱਛਿਆ ਵੀ ਤੁਸੀਂ ਕਿੱਧਰ ਚੱਲੇ? ਕਹਿੰਦੇ ਅਸੀਂ ਤਾਂ ਜਾਣੇ ਆ, ਸਾਡੇ ਨਾਲ ਦਾ ਸਾਥੀ ਮਰ ਗਿਆ। ਕਹਿੰਦੇ ਪਾਤਸ਼ਾਹ ਨੂੰ ਪੁੱਛੋ ਪਹਿਲਾਂ। ਜਦ ਪਾਤਸ਼ਾਹ ਜੀ ਨੂੰ ਪੁੱਛਣ ਆਏ ਤੇ ਪਾਤਸ਼ਾਹ ਜੀ ਜਾਣੀ ਜਾਣ ਸਰਬ ਕਲਾ ਸਮਰੱਥ, ਉਹਨਾਂ ਨੇ ਕਈ ਉਪਦੇਸ਼ ਬਖਸ਼ਿਸ਼ ਕੀਤੇ ਵੀ ਮਨੁੱਖ ਜਿਹੜਾ ਹੈ ਗੁਰੂ ਦੀ ਗੱਲ ਘੱਟ ਹੀ ਮੰਨਦਾ। ਇਸ ਕਰਕੇ ਗੱਲ ਨਾ ਮੰਨਣ ਕਰਕੇ ਗੁਰੂ ਦੀ ਇਹ ਮਨੁੱਖ ਮਨਮੁਖਤਾ ਕਰਕੇ ਮਨਮਤ ਕਰਕੇ ਦੁਨੀਆ 'ਚੋਂ ਹਾਰ ਕੇ ਜਾਂਦਾ ਹੈ। ਜਿਹੜੇ ਗੁਰਮੁਖ ਗੁਰੂ ਦੇ ਅਨੁਸਾਰ ਚੱਲਦੇ ਹਨ, ਗੱਲ ਮੰਨਦੇ ਹਨ, ਉਹ ਜ਼ਿੰਦਗੀ ਨੂੰ ਜਿੱਤ ਜਾਂਦੇ ਹੈ। ਪ੍ਰਤਿਪਾਰਤ ਸਾਬਤ ਸਿਦਕ ਆਪਣੇ ਸਿੱਖੀ ਸਿਦਕ ਨੂੰ ਪਾਲਦੇ ਹੋਏ ਗੁਰੂ ਤੇ ਪ੍ਰਤੀਤ ਅਤੇ ਪ੍ਰੀਤ ਕਰਦੇ ਹੋਏ ਜੀਵਨ ਬਤੀਤ ਕਰਦੇ ਆ, ਜਿਹੜੇ ਉਹ ਆਪਣਾ ਜੀਵਨ ਜਿੱਤ ਜਾਂਦੇ ਹੈ। ਨਹੀਂ ਤਾਂ ਜਿਵੇਂ ਸੰਸਾਰ ਦੇ ਵਿੱਚ ਹਿੰਦੂ ਮੱਤ ਵਿੱਚ ਸੂਰਜ ਨੂੰ ਵੇਖ ਕੇ ਗ੍ਰਹਿਣ ਦਿੱਤਾ ਜਾਂਦਾ ਹੈ, ਚੰਦਰਮਾ ਨੂੰ ਅਰਘ ਦਿੱਤਾ ਜਾਂਦਾ ਹੈ, ਹਿੰਦੂ ਮਤ ਦੇ ਵਿੱਚ ਜੋ ਪ੍ਰਚਲਿਤ ਰੀਤਾਂ ਚੱਲਦੀਆਂ ਉਹਨਾਂ 'ਤੇ ਪਾਤਸ਼ਾਹ ਜੀ ਉਦਾਹਰਨ ਲਾਉਂਦੇ ਹੋਏ ਕਹਿੰਦੇ
ਸੂਰਜ ਨੂੰ ਰੋਜ਼ ਵੇਖਣ ਵਾਲੇ ਵੀ ਨਰਕਾਂ ਨੂੰ ਜਾਣਗੇ ਜੇ ਉਹ ਮਾੜੇ ਕੰਮ ਨਹੀਂ ਛੱਡਦੇ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਲੇਖਾ ਹਿਸਾਬ ਕਿਤਾਬ ਤਾਂ ਕਰਮਾਂ ਨਾਲ ਹੋਣਾ ਹੈ। ਇਸ ਕਰਕੇ ਸੂਰਜ ਨੂੰ ਰੋਜ਼ ਪਾਣੀ ਦੇਣ ਵਾਲੇ ਜਿਹੜੇ ਕਹਿੰਦੇ ਆ ਕਿ ਪਾਣੀ ਦਿੱਤੇ ਆ ਦੇਵ ਲੋਕ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਗਤੀ ਹੋ ਜਾਵੇਗੀ, ਉਹ ਕਦੇ ਵੀ ਨਹੀਂ ਹੋਵੇਗੀ। ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਆਸਾ ਜੀ ਕੀ ਵਾਰ ਇੱਕ ਬਚਨ ਲਿਖੇ ਹੈ, ਜੇ ਮੁਹਾਕਾ ਘਰ ਮੋਹੇ ਪਿਤਰੀ ਦੇ। ਜੇ ਕੋਈ ਚੋਰ ਕਿਸੇ ਦੇ ਘਰ ਦੀ ਚੋਰੀ ਕਰਕੇ ਫਿਰ ਬ੍ਰਾਹਮਣ ਨੂੰ ਬੁਲਾ ਕੇ ਉਹ ਚੋਰੀ ਕੀਤਾ ਮਾਲ ਬ੍ਰਾਹਮਣ ਨੂੰ ਦਾਨ ਕਰ ਦੇਵੇ। ਹੁਣ ਬ੍ਰਾਹਮਣ ਕਹਿੰਦਾ ਵੀ ਤੁਹਾਡਾ ਦਾਨ ਦਿੱਤਾ ਹੋਇਆ ਤੁਹਾਡੇ ਬੁੜਿਆਂ ਕੋਲੇ ਪਹੁੰਚ ਜਾਵੇਗਾ। ਮੰਨ ਲਓ ਇੱਕ ਵਾਰੀ ਵੀ ਪਹੁੰਚ ਗਿਆ, ਪਰ ਜੇ ਭਲਾ ਜਿੱਥੇ ਦਾਨ ਦੇਣ ਵਾਲੇ ਦੇ ਬੁੜੇ ਬੈਠੇ ਐ, ਉੱਥੇ ਜਿਨ੍ਹਾਂ ਦੇ ਘਰੋਂ ਮਾਲ ਚੋਰੀ ਕਰਕੇ ਲਿਆਂਦਾ, ਜੇ ਉਹਨਾਂ ਦੇ ਬੁੜੇ ਵੀ ਬੈਠੇ ਹੋਏ ਤੇ ਹੋਊਗੀ ਨਾ ਲੜਾਈ ਉੱਥੇ। ਕਹੋ ਸਤਿਨਾਮ। ਉਹ ਕਹਿਣ ਗਿਆ ਤਾਂ ਸਮਾਨ ਸਾਡਾ ਹੈ, ਇਸੇ ਘਰੇ ਕਿਵੇਂ ਆ ਗਿਆ? ਉਹ ਕਹੂਗਾ ਮੈਨੂੰ ਕੀ ਪਤਾ, ਬਾਹਮਣ ਨੇ ਭੇਜਿਆ, ਬਾਹਮਣ ਨੇ ਭੇਜਿਆ। ਵੱਢੀਏ ਹੱਥ ਦਲਾਲ ਕੇ ਫੜੋ ਬਾਹਮਣ ਨੂੰ, ਤੂੰ ਚੋਰੀ ਦਾ ਮਾਲ ਸਪਲਾਈ ਕਰਦਾ। ਕਹੋ ਸਤਿਨਾਮ। ਇੱਥੇ ਵੀ ਤਾਂ ਇਹੀ ਕੁਛ ਹੁੰਦਾ ਨਾ। ਕੋਈ ਚੋਰ ਫੜਿਆ ਜਾਵੇ, ਫਿਰ ਚੋਰ ਨੂੰ ਪੁੱਛਿਆ ਦੱਸ ਕਿੱਥੇ ਕਿੱਥੇ ਕੀ ਚੋਰੀ ਕੀਤਾ, ਫਿਰ ਉਹ ਮੰਨਣਾ ਸ਼ੁਰੂ ਕਰਦਾ। ਫਿਰ ਜਿੱਥੇ ਵੇਚਿਆ ਹੁੰਦਾ ਫਿਰ ਉਹਨਾਂ ਦੁਕਾਨਾਂ 'ਤੇ ਵੀ ਲੈ ਜਾਂਦਾ, ਅਤੇ ਫਿਰ ਉਹ ਦੁਕਾਨਦਾਰ ਵੀ ਫੜੇ ਜਾਂਦੇ ਆ ਵੀ ਤੁਸੀਂ ਚੋਰਾਂ ਦਾ ਚੋਰੀ ਦਾ ਮਾਲ ਖਪਾਉਂਦੇ ਹੋ। ਇਹ ਸੰਸਾਰ ਦੀ ਉਦਾਹਰਨ ਬਾਬਾ ਜੀ ਨੇ ਦਰਗਾਹ 'ਤੇ ਵੀ ਦਿੱਤੀ ਹੈ। ਭਾਵੇਂ ਕਿ ਦਰਗਾਹ ਵਿੱਚ ਇੱਦਾਂ ਦਾ ਕੁਛ ਪਹੁੰਚਦਾ ਨਹੀਂ ਹੈਗਾ, ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਮਨੁੱਖ ਨੂੰ। ਜੇ ਮੁਹਾਕਾ ਘਰ ਮੋਹੇ ਪਿਤਰੀ ਦੇ। ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਪੀ ਇਹ ਕਰੇ, ਕੁਛ ਨਹੀਂ ਪਹੁੰਚਦਾ। ਨਾਨਕੀ ਅੱਗੇ ਸੋ ਮਿਲੈ, ਜੇ ਖੱਟੈ ਘਾਲੈ ਦੇ। ਦਸਾਂ ਨੌਹਾਂ ਦੀ ਕਿਰਤ ਕਰਕੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ ਖੈਰ। ਇਹ ਵਿਚਾਰਾ ਆਪਾਂ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਹਿਣ ਲੱਗੇ ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਅਨੁਸਾਰ ਚੱਲਣਾ ਨਹੀਂ ਕਰਦੇ, ਮਨਮਤ ਕਰਕੇ ਜਿਵੇਂ ਪਾਤਸ਼ਾਹ ਇਸ਼ਾਰਾ ਕਰ ਰਹੇ ਹੈ ਵੀ ਇਹਨਾਂ ਨੇ ਪਖੰਡ ਧਾਰਿਆ, ਸੀੜੀ ਉੱਤੇ ਜਿਉਂਦਾ ਬੰਦਾ ਪਾ ਕਰਕੇ ਇਹਨਾਂ ਨੇ ਮੈਨੂੰ ਧੋਖਾ ਦੇਣ ਦੀ ਸਲਾਹ ਕੀਤੀ ਆ। ਗੁਰੂ ਕਦੇ ਧੋਖਾ ਨਹੀਂ ਖਾਂਦਾ ਗਾ। ਇਹ ਤਾਂ ਨਾਮ ਜਪਣ ਵਾਲੇ ਨੂੰ ਕਹਿੰਦੀ ਉਹ ਨਹੀਂ ਧੋਖਾ ਖਾਂਦਾ। ਨਾ ਉਹ ਮਰੇ ਨਾ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਇਹ ਗੁਰੂ ਨੂੰ ਧੋਖਾ ਦੇਣ ਲੱਗੇ ਸੀਗੇ, ਪਰ ਗੁਰੂ ਨੇ ਸੱਦ ਲਏ ਫਿਰ, ਅਤੇ ਸੀੜੀ ਜਿਹੜੀ ਹੈ ਮਨੁੱਖ ਵਾਲੀ ਉਹ ਸਾਹਮਣੇ ਰੱਖ ਦਿੱਤੀ ਆ, ਅਤੇ ਬੈਠ ਗਏ ਸਾਰੇ ਸੰਗਤ ਵਿੱਚ। ਫਿਰ ਹੱਥ ਬੰਨ੍ਹ ਕੇ ਪਾਤਸ਼ਾਹ ਕਈ ਤਰ੍ਹਾਂ ਦੀਆਂ ਗੱਲਾਂ ਸਮਝਾਉਂਦੇ ਰਹੇ। ਫਿਰ ਉਹਨਾਂ ਦਾ ਝੂਠ ਦਾ ਪਰਦਾ ਕਿਵੇਂ ਫਾਸ਼ ਕੀਤਾ ਇਹ ਆਪਾਂ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ, ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਨਮੁਖ ਹਾਰਤ ਜਗਤ ਮਹਿ, ਗੁਰਮੁਖ ਜਾਵਹਿ ਜੀਤਾ। ਇਸ ਕਰਕੇ ਸਿੱਖੋ ਜਿਹੜਾ ਮਨਮਤ ਕਰਦਾ ਉਹ ਦੁਨੀਆ 'ਚੋਂ ਹਾਰ ਕੇ ਜਾਂਦਾ ਹੈ, ਜਿਹੜਾ ਗੁਰਮਤਿ ਅਨੁਸਾਰ ਚੱਲਦਾ ਉਹ ਜ਼ਿੰਦਗੀ ਜਿੱਤ ਜਾਂਦਾ ਹੈ ਜੀ। ਭਾਰਤ ਸਾਵਤ ਸਦਕ ਪ੍ਰੀਤਾ, ਪ੍ਰਤੀਤ ਹੈ ਚੀਤਾ। ਜਿਹੜੇ ਆਪਣੇ ਸਿਦਕ ਨੂੰ ਪਾਲਣਾ ਕਰਦੇ ਹਨ, ਭਾਵ ਸਿਦਕ ਰੱਖਦੇ ਹਨ, ਜਿਨ੍ਹਾਂ ਦਾ ਸਿੱਖੀ ਸਿਦਕ ਸਾਬਤ ਹੁੰਦਾ ਹੈ, ਗੁਰੂ ਦੇ ਨਾਲ ਪ੍ਰੀਤ ਕਰਦੇ ਹਨ ਤੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਭਰੋਸਾ ਕਰਦੇ ਹਨ। ਸੂਰਜ ਕਾ ਦਰਸ਼ਨ ਕਰੈ ਸਭ ਪਾਪ ਕਮਾਈ, ਸੋ ਦੋਜਕ ਜਾਵੇ। ਇਸ ਕਰਕੇ ਸਿੱਖੋ ਜੇ ਕੋਈ ਗੁਰਮੁਖ ਹੈ ਜਿਹੜਾ ਉਹ ਪਾਰ ਹੋ ਜਾਂਦਾ ਹੈ, ਪਰ ਜਿਵੇਂ ਹਿੰਦੂ ਮਤ ਵਿੱਚ ਅਸੀਂ ਦੇਖਦੇ ਹਾਂ ਵਰਤ ਕਰੇ ਚੰਦਰਾਏ ਨਾ ਸੈ ਕਿਤੇ ਨਾ ਲੇਖੰ। ਇੱਕ ਹੋਰ ਬਚਨ ਹੈ ਪਾਤਸ਼ਾਹ ਜੀ ਦਾ, 11 ਮਾਸ ਪਾਸ ਕੈ ਰਾਖੈ ਏਕੈ ਮਾਹੇ ਨਿਧਾਨਾ। ਮੁਸਲਮਾਨ ਮਤ ਵਿੱਚ 11 ਮਹੀਨਿਆਂ ਨੂੰ ਛੱਡ ਕੇ ਇੱਕ ਮਹੀਨਾ ਰੋਜ਼ਾ ਰੱਖੇ ਜਾਂਦੇ ਹੈ। ਹਿੰਦੂ ਮਤ ਵਿੱਚ 11 ਮਹੀਨਿਆਂ ਨੂੰ ਛੱਡ ਕੇ ਇੱਕ ਮਹੀਨੇ ਵਿੱਚ ਸ਼ਰਾਧ ਤੇ ਨਰਾਤੇ ਆਦਿ ਕੀਤੇ ਜਾਂਦੇ ਆ ਪਿਤਰਾਂ ਵਾਸਤੇ। ਪਾਤਸ਼ਾਹ ਜੀ ਕਹਿੰਦੇ ਬਾਕੀ 11 ਮਹੀਨਿਆਂ 'ਚ ਕਿਉਂ ਨਹੀਂ ਕਰਦੇ? ਫਿਰ ਜੇ ਚੰਗਾ ਕੰਮ ਹੈ ਤਾਂ ਸਦਾ ਕਰੋ, ਫਿਰ ਮਹੀਨੇ ਬਾਅਦ ਕਿਉਂ? ਇੱਕ ਮਹੀਨਾ ਕਿਉਂ? ਬਾਕੀ ਮਹੀਨੇ ਫਿਰ ਲੁੱਟਦੇ ਹੋ ਲੋਕਾਂ ਨੂੰ। ਪ੍ਰੀਤਮ ਜੀ ਕਹਿੰਦੇ ਜੇ ਸੂਰਜ ਨੂੰ ਦੇਖਿਆ
ਮਨੁੱਖ ਦਾ ਉਧਾਰ ਹੁੰਦਾ ਹੋਵੇ ਤਾਂ ਸਾਰੀ ਦੁਨੀਆ ਹੀ ਮੁਕਤ ਹੋ ਜਾਵੇ। ਪਰ ਸੂਰਜ ਦੇ ਦਰਸ਼ਨ ਵੀ ਕਰਨੇ, ਸੂਰਜ ਨੂੰ ਪਾਣੀ ਵੀ ਦੇਣਾ, ਪਿੱਤਰਾਂ ਨੂੰ ਪਾਣੀ ਵੀ ਦੇਣਾ, ਇਹ ਸਾਰੇ ਕਰਮਕਾਂਡ ਵੀ ਕਰਨੇ। ਪਰ ਦੁਨੀਆ ਵਿੱਚ ਰਹਿੰਦੇ ਹੋਏ ਮਾੜੇ ਕੰਮ ਵੀ ਕਰਨੇ, ਠੱਗੀਆਂ ਮਾਰਨੀਆਂ, ਚੋਰੀਆਂ ਕਰਨੀਆਂ, ਉਹਨਾਂ ਦਾ ਕਦੇ ਵੀ ਮੁਕਤੀ ਨਹੀਂ ਹੁੰਦੀ, ਉਹ ਨਰਕਾਂ ਨੂੰ ਹੀ ਜਾਣਗੇ ਜੀ। ਪਾਣੀ ਸੋ ਦੇ ਨਹੀਂ ਜਗ ਭੀਤਰਾ, ਭੇਟਤ ਤੀਰਥ ਪ੍ਰੇਤ ਬੁਲਾਵੇ। ਔਰ ਜਿਉਂਦੇ ਮਨੁੱਖਾਂ ਨੂੰ ਪਾਣੀ ਨਹੀਂ ਪਿਆਉਂਦੇ, ਤੀਰਥਾਂ ਦੇ ਪਵਿੱਤਰ ਜਲ ਵਿੱਚ ਜਾ ਕੇ ਇਸ਼ਨਾਨ ਕਰਦਾ ਫਿਰਦਾ, ਉਹ ਤੀਰਥ ਉਹਦਾ ਕਦੇ ਵੀ ਭਲਾ ਨਹੀਂ ਕਰਨਗੇ। ਸਤਿਗੁਰੂ ਜੀ ਦੇ ਸਮੇਂ ਦੀ ਇੱਕ ਵਾਰਤਾ ਐਸੀ ਹੈ, ਸੋਹਣਾ ਤੇ ਮੋਹਣਾ ਦੋ ਪਤੀ ਪਤਨੀ ਹੋਏ ਨੇ। ਸੋਹਣਾ ਮਨੁੱਖ ਹੈ ਤੇ ਮੋਹਣਾ ਉਹਦੀ ਘਰਵਾਲੀ ਹੈ, ਹਿੰਦੂ ਹਨ। ਔਰ ਇਹ ਦੋਨੇ ਸ਼ਿਵ ਜੀ ਦੇ ਮੰਦਿਰ ਵਿੱਚ ਸੇਵਾ ਕਰਦੇ ਹੈ, ਔਰ ਰੋਜ਼ਾਨਾ ਨਦੀ ਤੋਂ ਪਾਣੀ ਦਾ ਘੜਾ ਭਰ ਕੇ ਲਿਆ ਕੇ ਸ਼ਿਵ ਜੀ ਦੀ ਉਹ ਸ਼ਿਵਲਿੰਗ ਜਿਹੜਾ ਬਣਿਆ ਹੋਇਆ ਉਹਦਾ ਇਸ਼ਨਾਨ ਕਰਾਉਂਦੇ। ਉਹਨਾਂ ਦਿਨਾਂ ਦੀ ਗੱਲ ਹੈ, 10ਵੇਂ ਪਾਤਸ਼ਾਹ ਜੀ ਦੇ ਸਮੇਂ ਦੀ। ਇੱਕ ਦਿਨ ਪਾਣੀ ਲੈ ਕੇ ਆ ਰਹੇ ਆ, ਜੰਗਲਾਂ ਵਿੱਚੋਂ ਲੰਘੇ ਆ ਰਹੇ, ਰਸਤੇ ਵਿੱਚ ਇੱਕ ਗੁਰੂ ਕਾ ਸਿੰਘ ਜ਼ਖਮੀ ਹੋਇਆ ਪਿਆ, ਪਿਆਸਾ ਪਾਣੀ ਮੰਗ ਰਿਹਾ। ਇਹਨਾਂ ਤੋਂ ਪਾਣੀ ਮੰਗਿਆ। ਜਦੋਂ ਮਨੁੱਖ ਪਾਣੀ ਪਿਉਣ ਲੱਗਿਆ, ਇਸਤਰੀ ਕਹਿੰਦੀ ਨਾ ਨਾ ਇਹ ਝੂਠਾ ਹੋ ਜਾਊਗਾ, ਆਪਾਂ ਸ਼ਿਵ ਜੀ ਦੀ ਸੇਵਾ ਕਰਨੀ ਹੈ, ਜਾ ਕੇ ਕਹੋ ਸਤਨਾਮ, ਪਾਣੀ ਨਹੀਂ ਪਿਉਣਾ। ਉਹਨੇ ਪਾਣੀ ਨਾ ਪਿਆਇਆ, ਟੱਪ ਕੇ ਸਿੱਧੇ ਕੋਲ ਦੀ। ਉਹ ਸਿੰਘ ਦੇ ਮੂੰਹ ਚੋਂ ਨਿਕਲਿਆ, ਦਰਸ਼ਨ ਨਹੀਂ ਜੇ ਦੇਣ ਲੱਗਾ। ਭਾਵ ਜਿਹਦੀ ਸੇਵਾ ਕਰਨ ਲਈ ਤੁਸੀਂ ਜਾ ਰਹੇ ਹੋ ਉਹ ਤਾਂ ਜੀਵਾ ਦੇ ਵਿੱਚ ਹੀ ਵਸਦਾ ਹੈ। ਜਿਉਂਦੇ ਮਨੁੱਖ ਨੂੰ ਪਾਣੀ ਨਹੀਂ ਪਿਆਉਂਦੇ, ਮਰਨ ਤੋਂ ਬਾਅਦ ਲੰਗਰ ਲਾਉਂਦੇ। ਜੀਵਤ ਪਿੱਤਰ ਨਾ ਮਾਨਿਆ ਕੋ ਮੂਹੇ ਸਰਾਧ ਕਰਾਹੀ। ਦਰਸ਼ਨ ਨਹੀਂ ਜੇ ਦੇਣ ਲੱਗਾ ਤੇ ਜਾ ਕੇ ਉਹਨਾਂ ਨੇ ਉਹ ਘੜੇ ਦੇ ਪਾਣੀ ਨਾਲ ਇਸ਼ਨਾਨ ਕਰਾਤਾ। ਪਰ ਜਦ ਰਾਤ ਨੂੰ ਸੁੱਤੇ ਤੇ ਦੋਨਾਂ ਨੂੰ ਸੁਪਨੇ ਵਿੱਚ ਉਹ ਜ਼ਖਮੀ ਸਿੰਘ ਦਿਖਾਈ ਦੇਵੇ ਔਰ ਕੰਨਾਂ ਵਿੱਚ ਆਵਾਜ਼ਾਂ ਗੂੰਜਣ, ਦਰਸ਼ਨ ਨਹੀਂ ਜੇ ਦੇਣ ਲੱਗਾ। ਹੁਣ ਇਹ ਗੱਲ ਇੰਨੀ ਪੱਕ ਗਈ ਕਿ ਦਿਨੇ ਤੁਰਿਆ ਫਿਰਦਿਆਂ ਵੀ ਉਹਨਾਂ ਦੇ ਕੰਨ ਵਿੱਚ ਇਹੀ ਆਵਾਜ਼ ਵੱਜੀ ਜਾਵੇ, ਦਰਸ਼ਨ ਨਹੀਂ ਜੇ ਦੇਣ ਲੱਗਾ। ਉਹ ਤਾਂ ਤਪ ਗਏ ਇਸ ਗੱਲ ਤੋਂ, ਦੁਖੀ ਹੋ ਗਏ। ਜਦੋਂ ਧਿਆਨ ਜਾਂਦਾ ਦਰਸ਼ਨ ਨਹੀਂ ਜੇ ਦੇਣ ਲੱਗਾ। ਮੰਦਰ ਵੀ ਸੇਵਾ ਕਰਦੇ, ਉੱਥੇ ਵੀ ਚੱਲੀ ਜਾਂਦਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਉਹਨੇ ਕਈ ਬ੍ਰਾਹਮਣਾਂ ਨੂੰ, ਕਈ ਜੋਤਸ਼ੀਆਂ ਨੂੰ, ਪੱਤਰੀਆਂ ਵਾਲਿਆਂ ਨੂੰ, ਪਾਂਡਿਆਂ ਨੂੰ, ਸਿਆਣਿਆਂ ਨੂੰ ਪੁੱਛਿਆ, ਕਿਤੋਂ ਹੱਲ ਨਾ ਹੋਇਆ। ਫਿਰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਵੀ ਇਹ ਗੱਲ ਕਰੋ, ਕਿੱਥੋਂ ਸੁਣੀ ਤੁਸੀਂ? ਕਹਿੰਦੇ ਵੀ ਐਦਾਂ ਇੱਕ ਸਿੱਖ ਜ਼ਖਮੀ ਪਿਆ ਸੀ ਜੰਗਲ 'ਚ, ਕਿਸੇ ਨਾਲ ਉਹਦੀ ਲੜਾਈ ਹੋਈ ਸੀ, ਕਿਸੇ ਨੂੰ ਉਹਨੇ ਜ਼ਖਮੀ ਕਰ ਦਿੱਤਾ। ਉਸ ਨੂੰ ਜੰਗਲ ਦੇ ਵਿੱਚ ਦੁਸ਼ਮਣ ਬੰਦਿਆਂ ਨਾਲ, ਮਾੜੇ ਬੰਦਿਆਂ ਨਾਲ ਲੜਾਈ ਸੀ, ਕਿਸੇ ਦੀ ਇੱਜ਼ਤ ਬਚਾਉਣ ਵਾਸਤੇ ਉਹ ਜ਼ਖਮੀ ਕਰਕੇ ਸਿੱਟ ਗਏ। ਉਹਨੇ ਸਾਥੋਂ ਪਾਣੀ ਮੰਗਿਆ ਸੀਗਾ, ਅਸੀਂ ਉਹਨੂੰ ਪਾਣੀ ਨਹੀਂ ਪਿਆਇਆ। ਤੇ ਜਦੋਂ ਅਸੀਂ ਕੋਲ ਦੀ ਟੱਪ ਕੇ ਪਾਣੀ ਬਿਨਾਂ ਪਿਆਇਆ ਤੇ ਉਹ ਕਹਿੰਦਾ ਦਰਸ਼ਨ ਨਹੀਂ ਜੇ ਦੇਣ ਲੱਗਾ। ਤੇ ਮਗਰੋਂ ਅਸੀਂ ਵੇਖਿਆ ਤੇ ਉਹ ਮਰ ਚੁੱਕਿਆ ਸੀਗਾ, ਸਰੀਰ ਛੱਡ ਗਿਆ ਸੀਗਾ। ਹੁਣ ਇਹ ਸਾਡੇ ਕੰਨ ਦੇ ਵਿੱਚ ਇਹੀ ਗੱਲ ਗੂੰਜੀ ਜਾਂਦੀ ਹੈ, ਸੌਂਦੇ ਆ ਨੀਂਦ ਨਹੀਂ ਆਉਂਦੀ, ਜਦ ਨੀਂਦ ਆਉਂਦੀ ਅੱਖ ਲੱਗਦੀ ਹੈ ਤਾਂ ਇਹੀ ਗੱਲ ਚੱਲ ਪੈਂਦੀ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਕੋਈ ਸਿਆਣਾ ਬੰਦਾ ਕਹਿੰਦਾ ਫਿਰ ਸਿੱਖ ਦੇ ਗੁਰੂ ਕੋਲੇ ਜਾਓ, ਉਹ ਸਿੱਖ ਗੁਰੂ ਗੋਬਿੰਦ ਸਿੰਘ ਦਾ ਗੁਰੂ ਹੈ, ਇਹਦਾ ਹੱਲ ਗੁਰੂ ਗੋਬਿੰਦ ਸਿੰਘ ਕਰ ਸਕਦੇ ਆ। ਹੁਣ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਚਾਹਿਆ ਅਨੰਦਪੁਰ ਸਾਹਿਬ ਆ ਕੇ। ਪਰ ਕਈ ਦਿਨ ਉਹਨਾਂ ਨੇ ਕੋਸ਼ਿਸ਼ ਕੀਤੀ ਜੇ ਦੀਵਾਨ ਵੱਲ ਜਾਣ ਤੇ ਦੀਵਾਨ ਦੇ ਵਿੱਚ ਗੁਰੂ ਸਾਹਿਬ ਨਾ ਮਿਲਣ ਉਹਨਾਂ ਨੂੰ। ਜੇ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਇੱਧਰੋਂ ਇਸ ਰਸਤੇ ਲੰਘਣਗੇ, ਉਸ ਰਸਤੇ 'ਚ ਖੜ੍ਹ ਜਾਣ, ਪਾਤਸ਼ਾਹ ਸਿੱਖਾਂ ਨੂੰ ਉੱਧਰ ਦੀ ਟਪਾ ਦੇਣ, ਆਪ ਦੂਜੇ ਰਸਤੇ ਟੱਪ ਜਾਣ, ਕਿਉਂਕਿ ਉਹ ਵੀ ਜਾਣਦੇ ਸੀ ਆ ਘਟਨਾ ਘਟੀ ਹੋਈ ਆ। ਕਈ ਦਿਨ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਗੁਰੂ ਸਾਹਿਬ ਨੇ ਦਰਸ਼ਨ ਨਾ ਦਿੱਤੇ। ਅਖੀਰ ਕਿਸੇ ਸਿੱਖ ਨਾਲ ਗੱਲਬਾਤ ਕੀਤੀ, ਸਾਰੀ ਗੱਲ ਦੱਸੀ। ਉਹ ਕਹਿਣ ਲੱਗੇ ਕਿ ਇੱਦਾਂ ਕਰ, ਇੱਥੇ ਸਤਿਗੁਰਾਂ ਦਾ ਇੱਕ ਮਾਲੀ ਹੈ, ਉਸ ਮਾਲੀ ਕੋਲ ਚਲੇ ਜਾਓ। ਉਸ ਮਾਲੀ ਦੇ ਬਾਗ ਦੇ ਵਿੱਚ ਉਹ ਫੁੱਲ ਆਉਂਦੇ ਨੇ, ਉਹ ਮਾਲੀ ਕੋਈ ਇੰਤਜ਼ਾਮ ਕਰ ਸਕਦਾ। ਮਾਲੀ ਕੋਲ ਗਏ, ਮਾਲੀ ਨੂੰ ਸਾਰੀ ਗੱਲ ਦੱਸੀ। ਮਾਲੀ ਕਹਿਣ ਲੱਗਿਆ ਵੀ ਕੀ ਕੰਮ ਜਾਣਦੇ ਹੋ ਕੋਈ ਪੌਦਿਆਂ ਦਾ? ਕਹਿੰਦੇ ਹਾਂ ਅਸੀਂ ਪੌਦਿਆਂ ਦੀ ਸੇਵਾ ਕਰ ਲਾਂਗੇ। ਕਹਿੰਦੇ ਮੇਰੇ ਨਾਲ ਕੰਮ ਕਰਾਓ। ਫਿਰ ਉੱਥੇ ਫਿਰ ਉਹਨੇ ਸੇਵਾ ਸ਼ੁਰੂ ਕੀਤੀ। ਕਾਫੀ ਸਮਾਂ ਲੰਘ ਗਿਆ। ਜਦੋਂ ਗੁਰੂ ਪਿਆਰਿਓ ਪਾਤਸ਼ਾਹ ਜੀ ਦਾ ਪੋਹ ਸੁਦੀ ਸੱਤੇ ਦਾ ਦਿਹਾੜਾ ਆਇਆ ਨਾ, ਉਹਨਾਂ ਦਿਨਾਂ ਦੇ ਵਿੱਚ ਮਾਲੀ ਨੇ ਸਪੈਸ਼ਲ ਜਿਹੜੇ ਫੁੱਲ ਸਿਆਲ 'ਚ ਪੈਦਾ ਹੁੰਦੇ ਹੈ, ਆਪਣਾ ਗਰਮੀ 'ਚ ਪੈਦਾ ਹੁੰਦੇ ਆ, ਜਿਹੜੇ ਉਹ ਸਿਆਲ 'ਚ ਪੈਦਾ ਕੀਤੇ ਪੋਹ ਦੇ ਵਿੱਚ ਗੁਰੂ ਪਿਆਰਿਓ।
ਤੇ ਉਹਨਾਂ ਫੁੱਲਾਂ ਦੇ ਉੱਤੇ ਡਿਊਟੀ ਲਾਤੀ ਸੋਹਣਾ ਮੋਹਣਾ ਦੀ ਵੀ ਇਹਨਾਂ ਨੂੰ ਤੁਸੀਂ ਸੰਭਾਲ ਕਰਨਾ ਹੈ। ਇਹ ਪੋਹ ਸੁੱਧੀ ਸੱਤੇ ਵਾਲੇ ਦਿਨ ਹਾਰ ਬਣਾ ਕੇ ਮਾਤਾ ਜੀਤੋ ਜੀ ਹੋਰਾਂ ਨੇ ਸਤਿਗੁਰਾਂ ਨੂੰ ਭੇਟ ਕਰਨਾ ਹੈ। ਕਹੋ ਸਤਿਨਾਮ ਸ੍ਰੀ। ਉਹ ਕਹਿਣ ਲੱਗੇ ਠੀਕ ਆ। ਪੋਹ ਸੁੱਧੀ ਸੱਤੇ ਤੋਂ ਇੱਕ ਦਿਨ ਪਹਿਲਾਂ ਛਠ ਨੂੰ ਜਾਂ ਪੰਜੇ ਨੂੰ ਇੱਕ ਰੋਡਾ ਸਾਧ ਆਇਆ। ਉਹ ਰੋਡਾ ਸਾਧ ਆ ਕੇ ਕਹਿਣ ਲੱਗਿਆ ਮੈਨੂੰ ਫੁੱਲ ਚਾਹੀਦੇ ਆ। ਰੋਡਾ ਜਲਾਲੀ ਇਤਿਹਾਸ ਵਿੱਚ ਲਿਖਿਆ ਉਹਦਾ ਨਾਮ। ਉਹ ਰੋਡਾ ਜਲਾਲੀ ਸਾਧ ਆਇਆ, ਕਹਿੰਦਾ ਮੈਂ ਫੁੱਲ ਲੈਣੇ ਆ। ਉਹ ਮਾਲੀ ਕਹਿਣ ਲੱਗਿਆ ਵੀ ਉੱਧਰੋਂ ਕਿਤੋਂ ਹੋਰ ਫੁੱਲ ਲੈ ਜਾ। ਜਦੋਂ ਮਾਲੀ ਆਸੇ ਪਾਸੇ ਗਿਆ ਸੋਹਣੇ ਮੋਹਣੇ ਨੂੰ ਕਹਿੰਦਾ ਮੈਨੂੰ ਫੁੱਲ ਚਾਹੀਦੇ ਨੇ। ਉਹ ਕਹਿੰਦੇ ਵੇਖ ਉਹ ਜਿਹੜੇ ਫੁੱਲ ਤੰਬੂ 'ਚ ਲੁਕੋ ਕੇ ਤਿਆਰ ਕੀਤੇ ਅਸੀਂ ਗਰਮੈਸ਼ ਦੇ ਕੇ, ਉਹ ਫੁੱਲ ਤਾਂ ਛੇੜੀ ਨਾ, ਤੈਨੂੰ ਹੋਰ ਦੇ ਦਿਆਂ। ਕਹਿੰਦਾ ਮੈਂ ਉਹੀ ਲੈਣੇ ਆ। ਕਹੋ ਸਤਿਨਾਮ। ਕਹਿੰਦਾ ਮੈਂ ਗੁਲਦਸਤਾ ਬਣਾ ਕੇ ਪੇਸ਼ ਕਰਨਾ। ਉਹਨਾਂ ਨੇ ਜਵਾਬ ਦੇਤਾ, ਕਹਿੰਦੇ ਵੀ ਇਹ ਨਹੀਂ ਮਿਲ ਸਕਦੇ, ਇਹ ਅਸੀਂ ਪੇਸ਼ ਕਰਨੇ ਆ ਸੱਤੇ 'ਤੇ। ਉਹ ਕਹਿਣ ਲੱਗਿਆ ਮੈਂ ਇਹੀ ਲੈਣੇ ਆ। ਦਿਨੇ ਉਹਨਾਂ ਨੇ ਜਵਾਬ ਦੇਤਾ, ਰਾਤ ਨੂੰ ਚੋਰੀਓਂ ਆਇਆ ਤੇ ਬਾੜੀ ਵਿੱਚ ਵੜ ਕੇ ਉਹਨੇ ਵਿੱਚੋਂ ਫੁੱਲਾਂ ਦੇ ਪੌਦੇ ਪੱਟ ਲਏ ਤੇ ਕੁਝ ਮੱਧੇ ਗਏ, ਕੁਝ ਪੱਟ ਕੇ ਲੈ ਗਿਆ। ਤੜਕੇ ਫੁੱਲਾਂ ਦਾ ਹਾਰ ਬਣਾਉਣਾ ਸੀਗਾ ਤੇ ਜਦ ਬਾੜੀ 'ਚ ਗਏ ਤੇ ਬਾੜੀ ਸਾਰੀ ਉਜੜੀ ਪਈ ਤੇ ਉਹਨੂੰ ਵੇਖਦਿਆਂ ਹੀ ਸੋਹਣਾ ਮੋਹਣਾ ਜਿਹੜੇ ਸੀ ਬੇਹੋਸ਼ ਹੋ ਗਏ ਦੋਨੇ ਜਣੇ। ਕਹੋ ਸਤਿਨਾਮ। ਇਹੀ ਇੱਕ ਬਹਾਨਾ ਬਣਿਆ ਸੀ ਗੁਰੂ ਸਾਹਿਬ ਤੱਕ ਪਹੁੰਚਣ ਦਾ, ਉਹ ਵੀ ਖਰਾਬ ਹੋ ਗਿਆ। ਉਧਰ ਤੜਕੇ ਰੋਡਾ ਜਲਾਲੀ ਉਹਨਾਂ ਫੁੱਲਾਂ ਨੂੰ ਆਪਣੇ ਡੇਰੇ 'ਚ ਲਿਜਾ ਕੇ ਛਾਂਟ ਕੇ ਸੈੱਟ ਕਰਕੇ ਗੁਲਦਸਤਾ ਜਿਹਾ ਬਣਾ ਲਿਆ। ਇੱਦਾਂ ਗੁਲਦਸਤਾ ਬਣਾ ਕੇ ਸਤਿਗੁਰ ਨੂੰ ਪੇਸ਼ ਕੀਤਾ। ਸਤਿਗੁਰ ਨੇ ਫੜ ਲਿਆ ਤੇ ਜਾਨੀ ਜਾਂ ਸਤਿਗੁਰੂ ਕਦੇ ਨੱਕ ਨਾਲ ਸੁੰਘਦੇ ਆ, ਕਦੇ ਕੰਨਾਂ ਨਾਲ ਲਾਉਂਦੇ ਆ। ਕਹਿੰਦੇ ਉਹ ਰੋਡਿਆ ਫੁੱਲ ਕਿੱਥੋਂ ਲੈ ਕੇ ਆਇਆ ਤੂੰ? ਕਹੋ ਸਤਿਨਾਮ। ਕਹਿੰਦੇ ਮਹਾਰਾਜ ਜੀ ਬਸ ਪੇਸ਼ ਕੀਤੇ, ਪ੍ਰਵਾਨ ਕਰੋ, ਭੇਟ ਹੈ। ਕਹਿੰਦੇ ਭੇਟ ਭੂਟ ਨਹੀਂ, ਤੂੰ ਚੋਰੀ ਕਰਕੇ ਲਿਆਇਆ ਫੁੱਲ। ਇਹ ਮੈਨੂੰ ਇਹਨਾਂ ਫੁੱਲਾਂ 'ਚੋਂ ਕਿਸੇ ਦੀਆਂ ਚੀਕਾਂ ਸੁਣਦੀਆਂ। ਕਹੋ ਸਤਿਨਾਮ। ਤੇ ਗੁਰੂ ਪਿਆਰੋ ਇਹਦਾ ਰੋਡੇ ਜਲਾਲੀ ਨਾਲ ਇੰਨੀ ਗੱਲ ਕਰਕੇ ਤੇ ਪਾਤਸ਼ਾਹ ਉੱਥੋਂ ਫੁੱਲਾਂ ਦਾ ਗੁਲਦਸਤਾ ਹੱਥ 'ਚ ਫੜ ਕੇ ਆਪਣੇ ਉਹ ਬਾਗ 'ਚ ਆ ਗਏ ਜਿੱਥੇ ਉਹ ਮਾਲੀ ਸੇਵਾ ਕਰਦਾ ਸੀ। ਬਾਗ ਵਿੱਚ ਆਏ ਤੇ ਕੀ ਦੇਖਦੇ ਆ, ਦੋਨੇ ਜਣੇ ਬੇਹੋਸ਼ ਪਏ ਨੇ ਤੇ ਪਾਤਸ਼ਾਹ ਜੀ ਉੱਥੇ ਚੌਂਕੜਾ ਮਾਰ ਕੇ ਬੈਠ ਗਏ ਤੇ ਸੋਹਣੇ ਮੋਹਣੇ ਦੇ ਦੋਨਾਂ ਦੇ ਸਿਰ ਚੱਕ ਕੇ ਗੋਡੇ ਤੇ ਰੱਖੇ ਤੇ ਮਾਲੀ ਨੂੰ ਕਹਿੰਦੇ ਪਾਣੀ ਲੈ ਕੇ ਆ। ਕਹੋ ਸਤਿਨਾਮ ਸ੍ਰੀ। ਕੋਈ 3 4 5 ਮਹੀਨੇ 6 ਮਹੀਨੇ ਉਹਨਾਂ ਨੂੰ ਦਰਸ਼ਨ ਨਹੀਂ ਦਿੱਤੇ। ਪਛਤਾਪ ਪੂਰਾ ਕਰਾਇਆ ਵੀ ਇੱਕ ਨਿੱਕੀ ਜਿਹੀ ਗਲਤੀ, ਇੱਕ ਸਿੱਖ ਨੂੰ ਪਾਣੀ ਨਹੀਂ ਪਿਆਇਆ ਤੇ ਪਾਣੀ ਦਾ ਕਿੱਡਾ ਵੱਡਾ ਪੁੰਨ ਹੈ ਕਿਸੇ ਪਿਆਸੇ ਬੰਦੇ ਨੂੰ ਪਾਣੀ ਪਿਆਉਣ ਦਾ। ਨਾ ਪਿਆਵੇ ਤੇ ਉਹਦਾ ਨੁਕਸਾਨ ਕਿੱਡਾ ਵੱਡਾ ਹੈ, ਇਹ ਵੀ ਬਰਾਬਰ ਗੱਲ ਹੈ। ਤਾਂ ਗੁਰੂ ਪਿਆਰੇ ਫਿਰ ਮਾਲੀ ਨੇ ਪਾਣੀ ਲਿਆਂਦਾ ਤੇ ਸੋਹਣਾ ਮੋਹਣਾ ਦੇ ਸਿਰ ਗੋਡੇ ਤੇ ਰੱਖ ਕੇ ਪਾਤਸ਼ਾਹ ਜੀ ਨੇ ਦੋਨਾਂ ਦੇ ਮੁਖ ਵਿੱਚ ਪਾਣੀ ਪਾਇਆ। ਹੋਸ਼ ਆਈ, ਕੀ ਵੇਖਦੇ ਆ? ਗੁਰੂ ਸਾਹਿਬ ਦੀ ਬੁੱਕਲ ਸਾਡੇ ਸਿਰ ਪਏ ਨੇ। ਕਹੋ ਸਤਿਨਾਮ। ਹੱਥ ਜੋੜ ਕੇ ਮਹਾਰਾਜ ਬਖਸ਼ ਲਓ। ਫਿਰ ਉਹਨਾਂ ਨੂੰ ਪਾਣੀ ਪਿਆ ਕੇ ਬੈਠੇ ਕੀਤਾ। ਆਹ ਲਓ ਕਹਿੰਦੇ ਫੁੱਲ। ਕਹਿੰਦੇ ਜੀ ਬਖਸ਼ ਲਓ, ਗਲਤੀ ਹੋ ਗਈ। ਕਹਿੰਦੇ ਗਲਤੀ ਬਹੁਤ ਵੱਡੀ ਹੋਈ ਹੈ, ਕਿੰਨੀ ਲੋੜ ਹੈ ਪਿਆਸੇ ਨੂੰ ਪਾਣੀ ਪਿਆਉਣ ਦੀ। ਤੁਸੀਂ ਮੇਰੇ ਸਿੱਖ ਨੂੰ ਪਾਣੀ ਨਹੀਂ ਪਿਆਇਆ ਤੇ ਪਾਣੀ ਤੋਂ ਬਗੈਰ ਉਹ ਸਰੀਰ ਛੱਡ ਗਿਆ। ਕਿ ਉਹ ਚੰਗਾ ਸੀਗਾ ਪੱਥਰ ਪੂਜਣਾ ਕਿ ਉਸ ਤਰਸਦੇ ਨੂੰ ਪਾਣੀ ਪਿਆਉਣਾ ਚੰਗਾ ਸੀ? ਕਹੋ ਸਤਿਨਾਮ। ਉਸ ਵੇਲੇ ਉਹ ਦੋਨੇ ਪੈਰੀ ਪੈ ਗਏ, ਮਹਾਰਾਜ ਬਹੁਤ ਵੱਡੀ ਗਲਤੀ ਹੋ ਗਈ, ਸਾਨੂੰ ਪਛਤਾਪ ਕਰਦੇ ਹਾਂ। ਕਈ ਮਹੀਨੇ ਬਤੀਤ ਹੋ ਗਏ ਪਰ ਹੁਣ ਬਖਸ਼ ਲਓ, ਮਾਫ ਕਰੋ। ਕਹਿੰਦੇ ਆ ਲਓ ਫੁੱਲ, ਇਹਨਾਂ ਦਾ ਬਣਾ ਕੇ ਤੁਸੀਂ ਜਿਹੜਾ ਹੈ ਹਾਰ ਮਾਤਾ ਜੀਤੋ ਜੀ ਹੋਰਾਂ ਕੋਲੇ ਘਰੇ ਭੇਜੋ ਮਹਿਲਾਂ ਕੋਲ। ਫਿਰ ਉਹ ਪੇਸ਼ ਕਰਨਗੇ ਸਾਡੇ ਤੇ ਤੁਹਾਨੂੰ ਵੀ ਮਾਫ ਕੀਤਾ ਅੱਜ ਤੋਂ। ਫਿਰ ਉਹ ਦੋਨੇ ਸੋਹਣਾ ਮੋਹਣਾ ਨਾਮ ਦੇ ਜਿਹੜੇ ਮਨੁੱਖ ਸੀਗੇ, ਹਿੰਦੂ ਮੰਦਰ ਦੀ ਸ਼ਿਵ ਜੀ ਦੀ ਪੂਜਾ ਕਰਨ ਵਾਲੇ, ਉਸ ਦਿਨ ਤੋਂ ਗੁਰੂ ਕੇ ਸਿੱਖ ਸਜ ਗਏ ਔਰ ਗੁਰੂ ਕੇ ਸਿੰਘ ਸਜ ਗਏ ਤੇ ਫਿਰ ਗੁਰੂ ਦੇ ਚਰਨਾਂ 'ਚ ਸੇਵਾ ਕੀਤੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸੂਰਜ ਨੂੰ ਪਾਣੀ ਦਿੰਦੇ ਫਿਰਦੇ ਹੋ ਪਰ ਥੱਲੇ ਕਿਸੇ ਪਿਆਸੇ ਨੂੰ ਪਾਣੀ ਨਹੀਂ ਪਿਆਉਂਦੇ, ਪਿਆਸੇ ਨੂੰ ਲੋੜਵੰਦ ਰੋਟੀ ਨਹੀਂ ਖਵਾਉਂਦੇ। ਸੂਰਜ ਨੂੰ ਪਾਣੀ ਦਿੱਤੇ ਆ, ਸੂਰਜ ਦੇ ਦਰਸ਼ਨ ਕਰੇ ਆ, ਕੋਈ ਮੁਕਤ ਨਹੀਂ ਹੁੰਦਾ। ਜੋ ਸੰਸਾਰ ਵਿੱਚ ਪਾਪ ਕਰਨੇ ਆ, ਨਰਕਾਂ ਨੂੰ ਜਾਂਦੇ ਆ। ਪਾਣੀ ਪਿਆਸੇ ਨੂੰ ਦੇਣਾ ਨਹੀਂ, ਫਿਰ ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦੇ ਐ, ਉਹ ਪ੍ਰੇਤਾਂ ਦੀ ਜੂਨੀ ਵਿੱਚ ਹੀ ਪੈਂਦੇ ਹਨ। ਜ਼ਿੰਦਗੀ ਤਾਰਾ ਕੇ ਕੌਣ ਸਰੇ ਸਰਾ, ਦੇਖਣ ਤੇ ਨਹਿ ਛੂਟਣ ਪਾਵੈ। ਕੋਈ ਚੰਦਰਮਾ ਨੂੰ ਦੇਖ ਕੇ ਕਹਿੰਦਾ ਮੇਰੀ ਮੁਕਤੀ ਹੋ ਜਾਵੇ, ਕੋਈ ਤਾਰਿਆਂ ਨੂੰ, ਧਰੂ ਤਾਰੇ ਅਰਗਿਆਂ ਨੂੰ ਦੇਖ ਕੇ ਕਹਿੰਦਾ ਹੈ
ਕਿ ਦੇਵ ਲੋਕ ਦੇ ਵਿੱਚ ਮੇਰੀ ਮੁਕਤੀ ਹੋ ਜਾਵੇ, ਪਰ ਨਹੀਂ ਹੋਵੇਗੀ। ਲੋਕ ਕਰੀਤ ਕੀ ਲਾਜ ਪਰੇ, ਜਨ ਹੋਵੇ ਪ੍ਰਤੀਤ ਤੋ ਨਾਮ ਤਰਾਵੈ। ਔਰ ਇਹ ਲੋਕਾਂ ਰੀਤਾਂ ਦੇ ਵਿੱਚ ਫਸੇ ਹੋਏ ਆ, ਸ਼ਰਮੋ ਸ਼ਰਮੀ ਕਰਦੇ ਫਿਰਦੇ ਆ ਸਾਰੇ। ਜੇ ਕਿਸੇ ਬਜ਼ੁਰਗ ਦੇ ਮਰਨ ਤੇ ਕੋਈ ਵੱਡਾ ਲੰਗਰ ਨਾ ਕੀਤਾ ਜਾਵੇ, ਪੈਸਾ ਨਾ ਹੋਵੇ, ਤਾਂ ਉਧਾਰ ਪੈਸਾ ਚੱਕ ਕੇ ਕਰਨਗੇ ਵੀ ਯਾਰ ਜੇ ਬੁੜੇ ਨੂੰ ਵੱਡਾ ਨਾ ਕੀਤਾ ਤੇ ਲੋਕ ਕੀ ਕਹਿਣਗੇ, ਫਲਾਣੇ ਨੇ ਬੁੜੇ ਨੂੰ ਵੱਡਾ ਹੀ ਨਹੀਂ ਕੀਤਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਮਤਲਬ ਸ਼ਰਮੋ ਸ਼ਰਮੀ ਇਹ ਕਰਮਕਾਂਡ ਦੁਨੀਆ ਕਰਦੀ ਹੈ, ਪਰ ਗੁਰੂ ਤੇ ਭਰੋਸਾ ਨਹੀਂ। ਜੇ ਪਰਮੇਸ਼ਰ ਦੇ ਨਾਮ ਨਾਲ ਜੁੜੀਏ ਤੇ ਪਰਮੇਸ਼ਰ ਦਾ ਨਾਮ ਹੀ ਤਾਰ ਸਕਦਾ ਹੈ। ਪ੍ਰਤੀਤ ਪ੍ਰੀਤ ਪ੍ਰਤੀਤ ਮਹੀਨੇ ਲੋਕ, ਜਨ ਮਰਨਿਤ ਪ੍ਰਾਪਤ ਸੋਕ। ਜਿਹੜੇ ਗੁਰੂ ਦੇ ਪ੍ਰੇਮ ਤੋਂ ਖਾਲੀ ਹੈ, ਗੁਰੂ ਦੇ ਵਿਸ਼ਵਾਸ ਤੋਂ ਖਾਲੀ ਹੈ, ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਲਾਗੋ ਭਾਓ, ਨਾ ਗੁਰੂ ਤੇ ਭਰੋਸਾ ਹੈ, ਨਾ ਗੁਰੂ ਦੀ ਗੱਲ ਦੇ ਨਾਲ ਪ੍ਰੇਮ ਕਰਦੇ ਹਨ, ਉਸ ਨੂੰ ਸੁੱਖ ਨਾ ਉਪਜੈ। 100 ਗੇੜਾ ਆਓ ਜਾਓ, ਭਾਵੇਂ ਫਿਰ 100 ਵਾਰੀ ਗੇੜਾ ਮਾਰ ਜਾਓ ਮੱਥਾ ਟੇਕਣ ਵਾਸਤੇ, ਫਿਰ ਨਹੀਂ ਫਾਇਦਾ ਹੋਣਾ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਉਹਨਾਂ ਦਾ ਜੰਮਣਾ ਮਰਨਾ ਤੇ ਜੀਵਨ ਦੇ ਦੁੱਖ ਕਦੇ ਵੀ ਕੱਟੇ ਨਹੀਂ ਜਾਂਦੇ ਜੀ। ਸਿਦਕਾ ਨਿਰਤ ਰਚਿਓ ਪਰਪੰਚ, ਦੇਖਾ ਦੇਖੀ ਹੋਏ ਨਰ ਸੰਚ। ਹਿਰਦੇ ਵਿੱਚ ਭਰੋਸਾ ਨਹੀਂ, ਗੁਰੂ ਤੇ ਸਿਦਕ ਨਹੀਂ ਹੈ, ਗੁਰੂ ਤੇ ਖੜਾ ਨਹੀਂ ਹੈ, ਪਖੰਡ ਰਚਿਆ ਹੈ, ਦੇਖਾ ਦੇਖੀ ਲੋਕ ਇਕੱਠੇ ਕਰ ਲਏ। ਹੁਣ ਉੱਥੇ ਆ ਗਈ ਗੱਲ, ਜਿਹੜਾ ਮੁਰਦਾ ਸੀੜੀ ਤੇ ਆਪਣਾ ਜਿਉਂਦਾ ਬੰਦਾ ਸੀੜੀ ਤੇ ਮੁਰਦੇ ਦਾ ਰੂਪ ਧਾਰਿਆ। ਪਰਪੰਚ ਮਤਲਬ ਪਖੰਡ। ਗੁਰੂ ਤੇ ਭਰੋਸਾ ਨਹੀਂ, ਗੁਰੂ ਰੋਕੀ ਜਾਂਦਾ 3 ਦਿਨਾਂ ਵਾਸਤੇ ਕੋਈ ਗੱਲ ਹੋਣੀ ਆ, ਪਰ ਗੁਰੂ ਤੇ ਭਰੋਸਾ ਨਾ ਕਰਕੇ ਇਹ ਜਿਹੜਾ ਪਖੰਡ ਰਚਿਆ ਨਾ, ਤੇ ਦੇਖਾ ਦੇਖੀ ਦੂਜੇ ਲੋਕ ਵੀ ਨਾਲ ਇਕੱਠੇ ਹੋ ਗਏ ਵੀ ਚੱਲ ਆਪਾਂ ਵੀ ਟੱਪ ਜਾਾਂਗੇ। ਜੇ ਪਰ ਕਿਉ ਚਾਹਤਾ ਇਨ ਤਾਈ, ਮੌਨ ਧਾਰ ਲਿਓ ਅਗਨ ਲੁਕਾਈ। ਔਰ ਦੂਜੀ ਜਿਹੜੀ ਸੰਗਤ ਬੈਠੀ ਆ, ਉਹਨਾਂ ਸਾਰਿਆਂ ਸੰਬੋਧਨ ਕਰਕੇ ਕਹਿੰਦੇ ਸਿੱਖੋ ਦੱਸੀਏ ਇਹਨਾਂ ਨੇ ਕੀ ਪਖੰਡ ਰਚਿਆ। ਕਹਿੰਦੇ ਹਾਂਜੀ। ਤੇ ਆਪਣੇ ਕੋਲੇ ਖੜੇ ਸਿੱਖ ਨੂੰ ਕਹਿਣ ਲੱਗੇ ਜਾਓ ਇੱਕ ਅੱਗ ਦੀ ਚਵਾਤੀ ਲੈ ਕੇ ਆਓ ਉੱਥੋਂ। ਜਬਲਤੀ ਦੇਹਾ ਮਰਤਕਾ ਕੇ ਤਰੇ, ਅਪਰਨ ਕੋ ਨਹਿ ਜਿਵ ਲਖ ਪਰੇ। ਕਿਸੇ ਨੂੰ ਪਤਾ ਨਾ ਲੱਗੇ ਉਹ ਲੰਗਰ ਚ ਗਿਆ ਤੇ ਉੱਥੇ ਅੱਗ ਮੱਚਦੀ ਸੀ ਭੱਠੀ ਚ, ਉੱਥੇ ਡੱਕਾ ਮੱਚਦਾ ਹੋਇਆ ਅੱਗ ਦਾ ਕਹਿੰਦੇ ਲੁਕੋ ਕੇ ਬੋਝ ਕੇ ਚੱਕ ਲਿਆਇਆ ਤੇ ਸਿੱਧਾ ਮੁਰਦੇ ਕੋਲ ਜਾ ਬੈਠਾ ਜੀ। ਜਿਸਮਿਓ ਬਚਨ ਮਾਨ ਅਰਦਾਸੀ, ਉਤ ਲਾਵਤ ਗਮਨਿਓ ਤਜ ਪਾਸੀ। ਔਰ ਅਰਦਾਸੀਆ ਗੁਰੂ ਦਾ ਸਿੱਖ ਜਿਹੜਾ ਸੇਵਾ ਕਰਦਾ ਕੋਲ, ਉਹ ਬਚਨ ਮੰਨ ਕੇ ਲੰਗਰ ਚ ਗਿਆ। ਜਬਲਤੀ ਦੇਖ ਵਿਖੈ ਵਡ ਪਾਠੀ, ਤਹ ਤੇ ਲੀਨਸ ਅਗਨ ਮੁਆਠੀ। ਔਰ ਲੰਗਰ ਦੇ ਵਿੱਚੋਂ ਮੱਚਦੀ ਹੋਈ ਛੋਟੀ ਜੀ ਲੱਕੜ ਅੱਗ ਦੀ ਚੱਕ ਲਿਆਇਆ ਹੈ। ਆਵਤ ਪਾਤ ਹੈ ਥਲ ਉਤਲਾ ਉਤਲਾ ਤਾਤਾ, ਜਬਲਤ ਹਾਥ ਮੈਂ ਕਹਿਓ ਚਮਾਤਾ। ਔਰ ਜਲਦੀ ਜਲਦੀ ਆਇਆ ਤੇ ਸਿੱਧਾ ਆ ਕੇ ਮੁਰਦੇ ਦੇ ਉਹ ਸੀੜੀ ਦੇ ਕੋਲ ਜਾ ਕੇ ਬੈਠ ਗਿਆ। ਅਮਰਤਾ ਕੇ ਸੀੜੀ ਤਰੇ, ਜਿਮ ਗੁਰ ਕਹੀ ਤਥਾ ਹੀ ਕਰੇ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਬੋਝ ਕੇ ਜਿਹਦੇ ਥੱਲੇ ਕਰ ਦੇਈ, ਉਹਨੇ ਉਦਾਂ ਹੀ ਉਹ ਮੱਚਦੀ ਹੋਈ ਅੱਗ ਦੀ ਲੱਕੜ ਉਹਦੇ ਸੀੜੀ ਦੇ ਹੇਠਾਂ ਕਰ ਦਿੱਤੀ। ਅਰਨ ਸੇਕ ਤਨ ਜਰਬੇ ਲਾਗਾ, ਸਹਿ ਕਿਮ ਸਕੈ ਚਹਿਤ ਤਬ ਭਾਕਾ। ਤੇ ਜਦੋਂ ਉਹਦਾ ਸੇਕ ਉਹਦੇ ਸਰੀਰ ਨੂੰ ਪਹੁੰਚਿਆ, ਕਿਉਂਕਿ ਬੰਦਾ ਜਿਉਂਦਾ ਸੀਗਾ, ਧਾਰਿਆ ਸੀ ਪਖੰਡ, ਤੇ ਜਦੋਂ ਉਹਦੇ ਸਰੀਰ ਨੂੰ ਸੇਕ ਪਹੁੰਚਿਆ ਉਹ ਤਾਂ ਤੋੜ ਕੇ ਰੱਸੀਆਂ ਤੇ ਪਾੜ ਕੇ ਕਫਨ ਵਾਲਾ ਕੱਪੜਾ ਸਿੱਟ ਕੇ ਪਰੇ ਤੇ ਉੱਠ ਕੇ ਭੱਜ ਲਿਆ। ਸਭ ਗਿਣਤੀ ਤਜ ਫਾਰ ਦੁਸ਼ਾਲਾ, ਤਜਿਆ ਕਫਨ ਕੋ ਤੋਰਨ ਚਾਲਾ। ਦੁਸ਼ਾਲਾ ਉੱਤੇ ਦਿੱਤੀ ਹੋਈ ਚਾਦਰ ਨੂੰ ਮਾਰਿਆ ਪਰੇ ਔਰ ਕਫਨ ਨੂੰ ਪਾੜ ਕੇ ਤੇ ਭੱਜ ਚੱਲਿਆ। ਪਾਪ ਗਿਆ ਚੀਰਤ ਵਡ ਪੀਰਾ, ਨੈ ਫਿਰ ਭਇਓ ਕਿਸੀ ਕੇ ਤੀਰਾ। ਔਰ ਇਸ ਤਰ੍ਹਾਂ ਡਰਦਾ ਹੋਇਆ ਭੱਜ ਗਿਆ, ਕਿਉਂਕਿ ਪਖੰਡ ਜ਼ਾਹਰ ਹੋ ਗਿਆ। ਜਦੋਂ ਭੱਜ ਗਿਆ ਫਿਰ ਖੜਿਆ ਨਹੀਂ। ਨਰ ਸੰਗਤ ਕੇ ਸਭ ਬਿਸਮਾਏ, ਇਹ ਭਾਣਾ ਕਿਆ ਗੁਰ ਵਰਤਾਏ। ਸਾਰੀ ਸੰਗਤ ਹੈਰਾਨ ਹੋ ਗਈ ਵੀ ਗੁਰੂ ਸਾਹਿਬ ਨੇ ਕੀ ਭਾਣਾ ਵਰਤਾ ਦਿੱਤਾ। ਭਾਵ ਉਹਨਾਂ ਦਾ ਪਖੰਡ ਪ੍ਰਗਟ ਹੋ ਗਿਆ ਜੀ। ਕੀਰਤਨੀਏ ਸਿੱਖ ਸਾਵਾ ਘਰ ਸਕੇਰੇ, ਵਿਖੇ ਸਰਬੰਤਤ ਭਏ ਕਨੇਰੇ। ਜਿਹੜੇ ਨਾਲ ਨਾਲ ਕੀਰਤਨ ਕਰਦੇ ਜਾਂਦੇ ਸੀਗੇ, ਬਈ ਓੜਕ
ਗੁਰਸਿੱਖ ਕੀ ਓੜਕ ਨਿਭ ਹੀ ਪ੍ਰੀਤ, ਸਿੱਖ ਕੀ ਓੜਕ ਨਿਭ ਹੀ ਪ੍ਰੀਤ। ਜਾਂ ਰਾਮ ਨਾਮ ਸਤ ਹੈ, ਜਾਂ ਸਤਨਾਮ ਸਤਨਾਮ ਦਾ ਕੀਰਤਨ ਕਰਦੇ ਜਾ ਰਹੇ ਸੀਗੇ। ਆਮ ਲੋਕਾਂ ਨੂੰ, ਪਹਿਰੇਦਾਰਾਂ ਨੂੰ ਤਾਂ ਭੁਲੇਖਾ ਪੈ ਸਕਦਾ ਸੀਗਾ ਵੀ ਕੋਈ ਮਰ ਗਿਆ ਹੋਣਾ, ਸਾਥੀ ਪਈ ਜਾਂਦੇ ਆ ਪਿੰਡ ਨੂੰ, ਪਰ ਗੁਰੂ ਸਾਹਿਬ ਨੂੰ ਪਤਾ ਸੀਗਾ। ਤੇ ਉਹਨਾਂ ਨੇ ਉਹਨਾਂ ਦਾ ਪਖੰਡ ਦਾ ਪਰਦਾ ਜਦ ਖੋਲ੍ਹ ਦਿੱਤਾ, ਫਿਰ ਸਾਰੇ ਸ਼ਰਮਿੰਦੇ ਹੋ ਕੇ ਨੀਵੀਆਂ ਪਾ ਕੇ ਬਹਿ ਗਏ ਜੀ। ਲਾਜ ਸਵਨ ਕੇ ਆਖਣ ਆਈ, ਦੁਰ ਸਨਮੁਖ ਨਹਿ ਨਾਰ ਪਠਾਈ। ਹੁਣ ਗੁਰੂ ਪਿਆਰਿਓ ਸਾਰੇ ਜਿਹੜੇ ਹਨ ਸ਼ਰਮਸ਼ਾਰ ਹੋ ਕੇ ਨੀਵੀਆਂ ਪਾ ਕੇ ਬੈਠੇ ਐ, ਆਪਣੀ ਅੱਖ ਨੂੰ ਤਾਹਾਂ ਨਹੀਂ ਚੱਕਦੇ ਜੀ। ਸ੍ਰੀ ਕਲਗੀ ਤਰ ਦੇਖ ਬਖਾਨਾ, ਤੁਮਰਿਓ ਕੀਰਤਨ ਫਲਿਓ ਮਹਾਨਾ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਤੁਹਾਡੇ ਕੀਰਤਨ ਨੂੰ ਫਲ ਲੱਗ ਗਿਆ। ਸਿਖਾ ਸ਼ਬਦ ਸਾ ਪ੍ਰੇਮ ਉਚਾਰਿਓ, ਸਨ ਦੇਹ ਏਵ ਸਰਗ ਸਵਤਾਰਿਓ। ਕਹਿੰਦੇ ਤੁਹਾਡੇ ਕੀਰਤਨ ਦਾ ਫਲ ਹੋਇਆ, ਤੁਹਾਡਾ ਮੁਰਦਾ ਸਣੇ ਦੇ ਹੀ ਚਲਿਆ ਗਿਆ ਸੀ, ਤਾਂ ਜਿਉਂਦਾ ਹੀ ਬੰਦਾ, ਪਰ ਪਾਤਸ਼ਾਹ ਕਹਿੰਦੇ ਤੁਹਾਡੇ ਕੀਰਤਨ ਦਾ ਇਹਨੂੰ ਫਲ ਮਿਲ ਗਿਆ, ਇਹ ਜਿਉਂਦਾ ਹੀ ਸਵਰਗਾਂ ਨੂੰ ਚਲਿਆ ਗਿਆ। ਤਬ ਸਿੱਖਣ ਸਭ ਮਸਤਕ ਟੇਕੇ, ਪਾਤਸ਼ਾਹ ਸਚ ਜਲਦ ਬਵੇਕੇ। ਪਰ ਸਾਰੇ ਸ਼ਰਮਸ਼ਾਰ ਹੋਏ ਪੈਰੀ ਪੈਂਦੇ ਆ, ਮਹਾਰਾਜ ਤੁਸੀਂ ਤਾਂ ਗਿਆਨ ਦੇ ਸਮੁੰਦਰ ਹੋ ਪਾਤਸ਼ਾਹ। ਤੁਮਰੀ ਗਾਤਾ ਤੁਮਹੀ ਪ੍ਰਭ ਜਾਨੋ, ਕਿਸ ਮੈਂ ਸਕਤ ਜਲਿਹੁ ਪਛਾਨੋ। ਇਹ ਤੁਹਾਡੀਆਂ ਤੁਸੀਂ ਜਾਣਦੇ ਹੋ, ਤੁਸੀਂ ਸਾਡੇ ਗੁੱਝੇ ਹਿਰਦਿਆਂ ਦੇ ਵਿੱਚ ਕੀ ਹੋ ਰਿਹਾ ਸਭ ਜਾਣਦੇ ਹੋ। ਇਹ ਅੰਤਰਜਾਮਤਾ ਦਾ ਬਖਸ਼ਿਸ਼ ਤੁਹਾਡੇ ਕੋਲ ਹੈ, ਤੁਸੀਂ ਸਭ ਦੇ ਹਿਰਦਿਆਂ ਨੂੰ ਜਾਣਦੇ ਹੋ। ਕਿਸੇ ਵਿੱਚ ਕੀ ਸ਼ਕਤੀ ਹੈ ਕਿ ਬੰਦਾ ਬੁੱਝ ਲਵੇ ਗੁੱਝੀਆਂ ਗੱਲਾਂ। ਦਇਆ ਸਿੰਦਾ ਤਾ ਸਭਨ ਸੁਨਾਇਆ, ਸਿੱਖਾ ਜੋ ਪਰ ਪੰਚ ਬਣਾਇਓ। ਸਤਿਗੁਰੂ ਪਾਤਸ਼ਾਹ ਫਿਰ ਕਹਿੰਦੇ ਸਿੱਖੋ ਜਿਹੜਾ ਤੁਸੀਂ ਪਖੰਡ ਧਾਰਿਆ ਸੀ, ਕਰ ਪੂਰਾ ਗਮਨ ਤਨ ਜਪਵਨੋ, ਚਰਚਾ ਕਰਤ ਨ ਜਾਣੋ ਕਵਨੋ। ਔਰ ਜੇ ਤੁਸੀਂ ਇਹ ਛਲ ਨੂੰ ਪੂਰਾ ਕਰਕੇ ਸਾਨੂੰ ਧੋਖਾ ਦੇ ਕੇ ਚਲੇ ਜਾਂਦੇ ਨਾ, ਫਿਰ ਜਾ ਕੇ ਗੱਲਾਂ ਕੀ ਕਰਨੀਆਂ ਸੀਗੀਆਂ, ਗੁਰੂ ਨੂੰ ਪਤਾ ਹੀ ਨਹੀਂ ਲੱਗਿਆ। ਮੇਰੀ ਹੋਰ ਵੀ ਬੇਇੱਜ਼ਤੀ ਕਰਨੀ ਜਾ ਕੇ, ਓਏ ਦੇਖੋ ਇਹ ਬਾਬਾ ਤਾਂ ਕਹਿੰਦਾ 3 ਦਿਨ ਜਾਣ ਨਹੀਂ ਦੇਣਾ, ਤੇ ਅਸੀਂ ਆਹ ਪਖੰਡ ਧਾਰ ਕੇ ਨਾ ਮੁਰਦਾ ਜਿਹਾ ਬਣਾ ਕੇ ਜਿਉਂਦੇ ਬੰਦੇ ਨੂੰ ਤੇ ਟੱਪਿਆ ਏ। ਜੇ ਮੈਂ ਤੁਹਾਨੂੰ ਟੱਪਣ ਦੇ ਦਿੰਦਾ ਨਾ, ਤੁਸੀਂ ਜਾ ਕੇ ਮੇਰੀ ਹੋਰ ਬੇਇੱਜ਼ਤੀ ਕਰਨੀ ਸੀ ਲੋਕਾਂ ਕੋਲੇ ਕਿ ਗੁਰੂ ਅੰਤਰਜਾਮੀ ਨਹੀਂ ਹੈਗਾ। ਅਪਰ ਨਰਨ ਸਮਹਮ ਕਹ ਜਾਣਤਾ, ਸਿੱਖੀ ਸਤਿਗੁਰ ਦਾਤ ਮਹਾਨਤਾ। ਔਰ ਇਹਦੀ ਫਿਰ ਅੱਗੇ ਜਾ ਕੇ ਹੋਰ ਕੀ ਨੁਕਸਾਨ ਹੋਣਾ ਸੀਗਾ ਬਈ ਆਮ ਲੋਕਾਂ ਨੂੰ ਤਾਂ ਨਹੀਂ ਪਤਾ ਲੱਗਦਾ, ਗੁਰੂ ਨੂੰ ਵੀ ਨਹੀਂ ਪਤਾ ਲੱਗਿਆ। ਤੁਹਾਡਾ ਸਿੱਖੀ ਸਿਦਕ ਜਮਾਂ ਹੀ ਟੁੱਟ ਜਾਣਾ ਸੀਗਾ ਵੀ ਆਮ ਬੰਦਿਆਂ ਵਰਗਾ ਹੀ ਗੁਰੂ ਹੈ, ਉਹਨੂੰ ਕਿਹੜਾ ਪਤਾ ਲੱਗਿਆ। ਲੈ ਆਪਾਂ ਉਹਨਾਂ ਦੇ ਸਾਹਮਣੇ ਜਿਉਂਦੇ ਬੰਦੇ ਨੂੰ ਮੁਰਦਾ ਜਿਹਾ ਬਣਾ ਕੇ ਟੱਪਿਆ ਏ। ਤੁਸੀਂ ਫਿਰ ਸਿੱਖੀ ਸਿਦਕ ਤੋਂ ਹੋਰ ਵੀ ਦੂਰ ਚਲੇ ਜਾਣਾ ਸੀ। ਇਸ ਕਰਕੇ ਗੁਰੂ ਸਾਹਿਬ ਸਮੇਂ ਸਮੇਂ 'ਤੇ ਜਦੋਂ ਇਹ ਵੇਖਦੇ ਆ ਕਿ ਸਿਦਕ ਜਾਂਦਾ ਸਿੱਖਾਂ ਦਾ, ਹੁਣ ਇੱਕ ਸਿੱਖ ਪਿੱਛੇ ਪਤਾ ਨਹੀਂ ਕਿੰਨੇ ਸੇ ਗੁਰੂ ਨਾਲ ਟੁੱਟ ਜਾਣ, ਫਿਰ ਗੁਰੂ ਉਸ ਗੱਲ ਨੂੰ ਮੌਕੇ 'ਤੇ ਪੂਰੀ ਕਰਦਾ। ਚਾਹੇ ਉਹ ਗੁਰੂ ਪਿਆਰਿਓ ਘੋੜੇ ਮੰਗਾਉਣ ਵਾਲੀ ਗੱਲ ਹੈ ਬਿਧੀ ਚੰਦ ਨੂੰ ਭੇਜ ਕੇ, ਜੇ ਅੱਜ ਇੱਥੇ ਗੁਰੂ ਸਿੱਖਾਂ ਦੀ ਸੰਗਤ ਦੀ ਵਸਤੂ ਹੈ ਜਿਹੜੀ ਕੋਈ ਡਾਕੂ ਖੋਹ ਲੈਂਦਾ ਹੈ, ਉਦੋਂ ਛਡਾ ਨਹੀਂ ਸਕਦਾ, ਫਿਰ ਦਰਗਾਹ ਵਿੱਚ ਇਹ ਗੁਰੂ ਕਿਵੇਂ ਸਾਡੀ ਮਦਦ ਕਰ ਸਕਦਾ। ਤੇ ਦੇਖੋ ਫਿਰ ਸ਼ਾਹਜਹਾਂ ਦੇ ਕਿਲੇ ਦੇ ਵਿੱਚੋਂ ਦੋਨੇ ਘੋੜੇ ਬਿਧੀ ਚੰਦ ਰਾਹੀਂ ਮੰਗਵਾਉਣੇ ਕੀਤੇ। ਕੋ ਸਤਨਾਮ ਸੇਵ ਕੇਵਲ ਤੇ ਕੇਵਲ ਇਸ ਵਾਸਤੇ, ਘੋੜਿਆਂ ਦਾ ਘਾਟਾ ਨਹੀਂ ਪਾਤਸ਼ਾਹ ਕੋਲ, ਇਸ ਵਾਸਤੇ ਕਿ ਸਿੱਖ ਸੰਗਤ ਦਾ ਸਿਰਕ ਬਣੇ ਕਿ ਹਾਂ ਸਾਡਾ ਗੁਰੂ ਸਰਬ ਕਲਾ ਸਮਰੱਥ ਹੈ, ਸਭ ਜਾਣਦਾ, ਸਭ ਕਰ ਸਕਦਾ ਹੈ। ਤੇ ਜੇ ਨਹੀਂ ਗੁਰੂ ਉਹ ਮੌਕੇ ਤੇ ਕਾਰਜ ਕਰਦਾ ਤਾਂ ਫਿਰ ਲੋਕ ਕਹਿਣਗੇ ਯਾਰ ਆਮ ਹੀ ਬੰਦਾ ਹੀ ਹੈ, ਗੁਰੂ 'ਚ ਕਿਹੜਾ ਤਾਕਤ ਆ, ਉਹ ਕਿਹੜਾ ਜਾਣਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਣ ਮੁਸਣ ਵਾਲੀ ਘਟਨਾ, ਕਿਸੇ ਦੂਜੇ ਦੇ ਰਾਹੀਂ ਸਿਰ ਵੱਢਿਆ ਹੋਇਆ ਸਿੱਖ ਦਾ ਆਪ ਗੁਰੂ ਸਾਹਿਬ ਨੇ ਜਿਉਂਦਾ ਕਰਨਾ, ਇਹ ਵੀ ਗੁਰੂ ਸਾਹਿਬ ਤੇ ਭਰੋਸੇ ਦਾ ਮਕਸਦ ਹੈ। ਔਰ ਫਿਰ 5 ਸਿੱਖਾਂ ਨੂੰ ਉਹਨਾਂ ਦੇ ਸੀਸ ਮੰਗਣੇ, ਧੜ ਨਾਲੋਂ ਜੁਦਾ ਕਰਨੇ, ਤੇ ਫਿਰ ਉਹਨਾਂ ਨੂੰ ਗੁਰੂ ਪਿਆਰੋ ਅਮਰ ਦੀ ਦਾਤ ਦੇ ਕੇ ਸੁਰਜੀਤ ਕਰਨਾ। ਤੇ ਛੋਟੀ ਮੱਤ ਵਾਲੇ ਜਿਹੜੇ ਸੋਚਦੇ ਆ ਕਿ ਹੋ ਨਹੀਂ ਸਕਦਾ, ਗੁਰੂ ਕੁਝ ਵੀ ਕਰ ਸਕਦਾ ਹੈ, ਜਿਹੜੇ ਸੋਚਦੇ ਆ ਹੋ ਨਹੀਂ ਸਕਦਾ, ਉਹ ਕੀ ਕਹਾਣੀਆਂ ਕੱਢਦੇ ਆ ਵੀ ਬਾਬੇ ਨੇ ਬੱਕਰੇ ਬੰਨੇ ਹੋਏ ਸੀਗੇ, ਸਿੱਖ ਥੋੜਾ ਵੱਡੇ ਆ, ਬੰਦਾ ਵੱਢਿਆ ਕਿਵੇਂ ਜਿਉਂਦਾ ਹੋ ਜੂ। ਫਿਰ ਬਾਣੀ ਵਿੱਚ ਝੂਠ ਲਿਖਿਆ ਗਾ, ਸਤਿਗੁਰ ਮੇਰਾ ਮਾਰਜ ਵਾਲੇ
ਸਤਿਗੁਰ ਮੇਰਾ ਸਰ ਪ੍ਰਤਪਾਲੇ, ਪ੍ਰਭਾਵੈ ਬਿਨ ਸਾਸ ਤੇ ਰਾਖੇ। ਤੁਸੀਂ ਤਾਂ ਸਵਾਸਾਂ ਵੱਲ ਦੀ ਗੱਲ ਕਰਦੇ ਹੋ, ਬਿਨਾਂ ਸਵਾਸਾਂ ਤੋਂ ਵੀ ਤੋਰ ਲਿਓ ਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੇ ਮੈਂ ਅੱਜ ਇਹ ਨਾ ਤੁਹਾਡਾ ਪਖੰਡ ਪ੍ਰਗਟ ਕਰਦਾ, ਇੱਕ ਤਾਂ ਤੁਸੀਂ ਘਰੇ ਜਾ ਕੇ ਕਹਿਣਾ ਸੀਗਾ ਵੀ ਗੁਰੂ ਅੰਤਰਜਾਮੀ ਨਹੀਂ ਹੈਗਾ, ਤੇ ਤੁਹਾਡਾ ਸਿਦਕ ਸਦਾ ਸਦਾ ਲਈ ਸਾਡੇ ਤੋਂ ਟੁੱਟ ਜਾਣਾ ਸੀ। ਜਾਂਤੇ ਨਹਿ ਪ੍ਰਾਪਤ ਕਲਿਆਣਾ, ਹੋਤ ਨਰਕੀ ਗਤੀ ਨਿਧਾਨ। ਤੇ ਜਦ ਗੁਰੂ ਤੋਂ ਸਾਡਾ ਭਰੋਸਾ ਚੱਕਿਆ ਜਾਵੇ ਫਿਰ ਸਾਡੀ ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ, ਅਸੀਂ ਨਰਕਾਂ ਨੂੰ ਜਾਵਾਂਗੇ। ਕੋ ਸਤਨਾਮ। ਜੇ ਗੁਰੂ ਤੇ ਭਰੋਸਾ ਨਹੀਂ ਕਰਾਂਗੇ, ਇਸ ਕਰਕੇ ਸਾਨੂੰ ਇਹ ਹੱਕ ਨਹੀਂ ਹੈ ਕਿ ਕੋਈ ਇਹ ਟੀਕਾ ਟਿੱਪਣੀ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨਹੀਂ ਬੱਕਰੇ ਵੱਢੇ ਸੀ, ਤੇ ਜਿਹੜਾ ਕਹੂਗਾ ਉਹਦਾ ਗੁਰੂ ਤੋਂ ਭਰੋਸਾ ਉੱਠ ਗਿਆ, ਸਮਝੋ। ਕੋ ਸਤਨਾਮ। ਉਹਦੀ ਕਲਿਆਣ ਕਿਵੇਂ ਹੋ ਸਕਦੀ ਹੈ? ਉਹ ਸਿੱਧਾ ਨਰਕਾਂ ਨੂੰ ਜਾਵੇਗਾ। ਆਮਾ ਸਿੱਖਨ ਕਾ ਚਹਿਤ ਉਧਾਰਿਆ, ਜੰਤੇ ਤਮਰਾ ਕਪਟ ਉਬਰਾਇਓ। ਤਾਂ ਤੇ ਅਸੀਂ ਇਹ ਇਸ ਕਰਕੇ ਕੀਤਾ ਇਹ ਕੰਮ, ਨਹੀਂ ਤਾਂ ਕਹਿੰਦੇ ਜਾਓ ਟੱਪ ਜੋ, ਪਰ ਗਾਂ ਗੱਲ ਜਾ ਕੇ ਵੱਡੀ ਬਣਦੀ ਸੀ। ਕੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੇ ਜਦੋਂ ਕੋਈ ਸਿੱਖ ਸਾਡੇ ਤੋਂ ਦੂਰ ਜਾਂਦਾ, ਗੁਰੂ ਸਾਹਿਬ ਮੌਕੇ ਤੇ ਸੰਭਾਲਦੇ ਹੈ। ਭਾਈ ਜੋਗੇ ਨੂੰ ਜੇ ਉੱਥੋਂ ਨਾ ਕੱਢ ਕੇ ਲਿਆਉਂਦੇ, ਫਸ ਜਾਂਦਾ, ਬੇਸਵਾ ਤੱਕ ਪਹੁੰਚ ਜਾਂਦਾ ਜੇ, ਤਾਂ ਫਿਰ ਮੁੜ ਕੇ ਕੱਢਣਾ ਔਖਾ ਹੋ ਜਾਂਦਾ। ਕੋ ਸਤਨਾਮ। ਗੁਰੂ ਸਾਹਿਬ ਨੂੰ ਉਸ ਬੇਸਵਾ ਦੇ ਦਰ ਦੇ ਉੱਤੇ, ਗੇਟ ਉੱਤੇ ਪਹਿਰੇਦਾਰ ਬਣ ਕੇ ਖੜਨਾ ਪਿਆ। ਪਹਿਲਾਂ ਕੋਈ ਪਹਿਰਾ ਨਹੀਂ ਲੱਗਿਆ ਉੱਥੇ, ਜਿਹੜਾ ਮਰਜ਼ੀ ਆਵੇ ਜਾਵੇ, ਪਰ ਜੋਗੇ ਵਾਸਤੇ ਪਹਿਰਾ ਦੇਣਾ ਪਿਆ ਜਾ ਕੇ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਪਿਆਰਿਓ ਉਸ ਭਾਈ ਜੋਗੇ ਨੂੰ 2-3 ਵਾਰੀ ਮੋੜਿਆ। ਜੋ ਤੜਕੇ 3 ਵਜੇ ਫੇਰ ਚੱਲ ਪਿਆ ਨਾ, ਫਿਰ ਰਿਹਾ ਨਹੀਂ ਗਿਆ ਪਹਿਰੇਦਾਰ ਤੋਂ, ਭਾਵ ਗੁਰੂ ਸਾਹਿਬ ਤੋਂ। ਕਹਿੰਦੇ ਯਾਰ ਤੂੰ ਮੈਨੂੰ ਸਿੱਖ ਲੱਗਦਾ, ਤੂੰ ਕਿੱਧਰ ਚੱਲਿਆ? ਭਜਨ ਬੰਦਗੀ ਦਾ ਸਮਾਂ, ਇਸ ਵੇਲੇ ਨਿਤਨੇਮ ਦਾ ਟਾਈਮ ਹੈ ਸਿੱਖਾ। ਬਸ ਫਿਰ ਇੰਨੀ ਗੱਲ ਕਹਿਣ ਦੀ ਦੇਰ ਸੀ, ਜੋ ਦਿਮਾਗ ਦੇ ਵਿੱਚ ਵਕਾਰ ਆਇਆ ਸੀ ਭੱਜ ਗਿਆ। ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਜਦੋਂ ਕਰਤੇ ਦਾ ਸ਼ਬਦ ਗੂੰਜਿਆ ਨਾ ਦਿਮਾਗ 'ਚ, ਨਿਤਨੇਮ ਦਾ ਸਮਾਂ, ਤੂੰ ਕਿੱਧਰ ਚੱਲਿਆ ਇਸ ਵੇਲੇ ਪੁੱਠੇ ਪਾਸੇ? ਮੈਨੂੰ ਤੂੰ ਸਿੱਖ ਲੱਗਦਾ। ਉੱਥੇ ਤਾਂ ਨਹੀਂ ਪਛਾਣ ਕਰਾਈ ਕਿ ਮੈਂ ਗੁਰੂ ਸਾਹਿਬ ਖੜਾ, ਉੱਥੇ ਤਾਂ ਪਹਿਰੇਦਾਰੀ ਬਣ ਕੇ ਰਹੇ। ਮੈਨੂੰ ਤੂੰ ਸਿੱਖ ਲੱਗਦਾ। ਬਸ ਇੰਨੀ ਗੱਲ ਸੁਣਨ ਦੀ ਦੇਰ ਸੀ, ਦਿਮਾਗ 'ਚੋਂ ਵਕਾਰ ਭੱਜ ਗਿਆ, ਕਾਮ ਵਾਸ਼ਨਾ ਉੱਡ ਗਈ, ਕਫੂਰ ਹੋ ਗਈ। ਉੱਥੋਂ ਮੁੜ ਕੇ ਸਰਾਂ 'ਚ ਆਇਆ, ਸ਼ਰਮਸ਼ਾਰ ਹੋਇਆ, ਨਿੰਮੋ ਝੂਣਾ ਹੋਇਆ, ਰੋਂਦਾ ਹੈ, ਭੜਕਦਾ ਹੈ ਵੀ ਆਹ ਕਿੱਧਰ ਚੱਲਿਆ ਸੀ ਮੈਂ, ਆਹ ਕੀ ਹੋ ਗਿਆ ਸੀਗਾ? ਕਿਉਂਕਿ ਕੱਲ੍ਹ ਉਹਨੂੰ ਹੰਕਾਰ ਆ ਗਿਆ ਸੀਗਾ ਬਈ ਮੇਰੇ ਵਰਗਾ ਕਿਹੜਾ ਸਿੱਖ ਹੈ ਜਿਹੜਾ ਘਰ ਵਾਲੀ ਨੂੰ 2 ਲਾਵਾਂ ਲੈ ਕੇ ਛੱਡਿਆ। ਵੇਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਹੰਕਾਰ ਦੇ ਮਗਰ ਹੀ ਕਾਮ ਹੋਰੀ ਆ ਗਏ। ਇਹ ਪੰਜੇ ਸਾਥੀ ਹੈਗੇ ਨਾ, ਹੰਕਾਰ ਮੁਖੀ ਹੈ। ਹੰਕਾਰ ਆਇਆ ਤੇ ਮਗਰ ਹੀ ਪੰਜਾਂ 'ਚੋਂ ਕੋਈ ਨਾ ਕੋਈ ਆ ਜਾਂਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਬਸ ਫਿਰ ਕਾਮ ਵਾਸ਼ਨਾ ਨੇ ਘੇਰ ਲਿਆ। ਉਹ ਤਾਂ ਗੁਰੂ ਨਾਲ ਗੱਲ ਹੋਈ ਸੀ, ਮੈਂ ਤੇਰੇ ਜੋਗਾ, ਤੇ ਗੁਰੂ ਕਹਿੰਦੇ ਫਿਰ ਮੈਂ ਤੇਰੇ ਜੋਗਾ। ਤੇ ਉਹ ਬਚਨ ਫਿਰ ਪੂਰੇ ਕਰਨੇ ਪਏ ਗੁਰੂ ਸਾਹਿਬ ਨੂੰ। ਇਸ ਕਰਕੇ ਜੇ ਗੁਰੂ ਨਹੀਂ ਕਰਦਾ ਫਿਰ ਸਿੱਖ ਜਿਹੜਾ ਗੁਰੂ ਤੋਂ ਕੋਹਾਂ ਦੂਰ ਜਾ ਡਿੱਗਦਾ ਹੈ। ਜਾਗਨ ਜਾਨੋਗੇ ਅਬ ਅੰਤਰਜਾਮੀ, ਲਗਿਓ ਮਹਾਤਮਾ ਠਾਨੋ ਸੁਆਮੀ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ, ਹੁਣ ਘਰੇ ਜਾ ਕੇ ਗੱਲ ਕਰੋਗੇ ਯਾਰ ਗੁਰੂ ਅੰਤਰਜਾਮੀ ਹੈ। ਸਿਦਕ ਹੋਰ ਵੀ ਪੱਕਾ ਹੋਊਗਾ, ਤੁਹਾਡਾ ਭਰੋਸਾ ਹੋਰ ਵੀ ਪੱਕਾ ਹੋਊਗਾ, ਔਰ ਮੈਨੂੰ ਆਪਣਾ ਮਾਲਕ ਜਾਣੋਗੇ। ਸਮੀਪਨ ਬਿਨ ਸੁਨਾਈ, ਬਖਸ਼ੋ ਇਨ ਪੂਰੀ ਚਤੁਰਾਈ। ਹੁਣ ਉਹ ਵਿਚਾਰੇ ਸ਼ਰਮਸ਼ਾਰ ਹੋਏ ਬੈਠੇ ਆ। ਜੇ 15-20 ਬੰਦੇ ਜਿਹੜੇ ਮਾਲਵੇ ਦੇ ਇਲਾਕੇ ਦੇ ਸੀਗੇ, ਜਿਹੜੇ ਪਖੰਡ ਧਾਰ ਕੇ ਨਿਕਲਣਾ ਚਾਹੁੰਦੇ ਸੀ ਵੀ 3 ਦਿਨ ਕੌਣ ਰੋਕੇ ਯਾਰ, ਬਾਬਾ ਤਾਂ ਕਹਿੰਦਾ 3 ਦਿਨ ਜਾਣ ਨਹੀਂ ਦੇਣਾ। ਇਸ ਕਰਕੇ ਉਹ ਸ਼ਰਮਸ਼ਾਰ ਹੋਏ ਬੈਠੇ ਸੀ। ਪਰ ਫਿਰ ਵੀ ਅਣਕ ਵਾਰ ਝਿੜਕੇ ਬਹੁ ਭਾਂਤੀ, ਬਹੁਤ ਪਿਤਾ ਗੱਲ ਲਾਵੇ ਦੇ ਮਹਾਂਵਾਕ ਅਨੁਸਾਰ ਜਿਹੜੇ ਕੋਲੇ ਸਿੱਖ ਰਹਿੰਦੇ ਆ ਮੇਰੇ ਪ੍ਰੀਤਮ ਦੇ, ਉਹ ਕਹਿਣ ਲੱਗੇ ਕੋਈ ਨਹੀਂ ਮਹਾਰਾਜ ਤੇਰੇ ਹੀ ਆ, ਬਖਸ਼ ਲੈ, ਹੁਣ ਮਾਫ ਕਰ ਦੇ ਇਹਨਾਂ ਨੂੰ। ਇਸ ਕਰਤ ਤੇ ਹੋਏ ਦੋਖ ਨ ਕੋਈ, ਭਾਈ ਰੋਕ ਸ਼ਬਦ ਠਾਨਿਓ ਸੋਈ। ਉਹ ਠੀਕ ਹੈ ਗਲਤੀ ਇਹਨੇ ਕਰ ਲਈ ਸੀ, ਪਰ ਤੁਸੀਂ ਕਿਰਪਾ ਕਰਕੇ ਵੱਡੀ ਗਲਤੀ ਹੋਣ ਤੋਂ ਬਚਾ ਲਿਆ, ਰੋਕ ਲਿਆ। ਇਹਨਾਂ ਦਾ ਛਲ ਪਤਾ ਲੱਗ ਗਿਆ, ਤੁਸੀਂ ਛਲ ਉਘਾੜ ਦਿੱਤਾ, ਪ੍ਰਗਟ ਕਰਤਾ। ਹੁਣ ਮਹਾਰਾਜ ਇਹ ਗਲਤੀ ਵੱਡੀ ਹੋਣ ਤੋਂ ਬਚ ਗਿਆ ਕੰਮ।
ਹੁਣ ਇਹਨਾਂ ਨੂੰ ਮਾਫ ਕਰ ਦਿਓ। ਦੋਹਰਾ ਸੁਣ ਸਿੱਖਣ ਤੇ ਸਤਿਗੁਰੂ ਕਿਰਪਾ ਦ੍ਰਿਸ਼ਟ ਅਵਲੋਕ ਸਵਨ ਸੁਨਾਵਨ ਤਵਦਰ ਤੇ ਉਚਰ ਏਕ ਸ਼ਲੋਕ। ਫਿਰ ਪਾਤਸ਼ਾਹ ਜੀ ਨੇ ਉੱਥੇ ਇੱਕ ਬਚਨ ਉਚਾਰ ਕੇ ਇਹਨਾਂ ਨੂੰ ਇਉਂ ਮਾਫ ਕੀਤਾ ਹੈ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਨਹਗਾਰ। ਇਹ ਸ਼ਲੋਕ ਨੂੰ ਨਾ ਯਾਦ ਕਰ ਲਓ, ਅਰਦਾਸ ਕਰਨ ਵੇਲੇ ਇੱਥੇ ਗਾ ਦਿਆ ਕਰੋ ਖੜ ਕੇ, ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਦੋ ਪੰਕਤੀਆਂ ਯਾਦ ਕਰ ਲਓ, ਇੱਥੇ ਖੜ ਕੇ ਕਹਿ ਦਿਆ ਕਰੋ। ਹੁਣ ਤੁਸੀਂ ਕਹੋਗੇ ਅਸੀਂ ਕਿਹੜਾ ਪਾਪ ਕਰਦੇ ਆ, ਪਾਪ ਤਾਂ ਸਾਥੋਂ ਪਤਾ ਨਹੀਂ ਕਿੰਨੇ ਹੋ ਜਾਂਦੇ ਹੁਣ, ਕਿਉਂਕਿ ਪਾਪ ਜ਼ਰੂਰੀ ਨਹੀਂ ਵੀ ਹੱਥ ਨਾਲ ਹੀ ਕੀਤਾ ਜਾਂਦਾ, ਪਾਪ ਦਿਮਾਗ ਦੀ ਸੋਚ ਨਾਲ ਵੀ ਹੋ ਜਾਂਦਾ ਹੈ। ਗਵਾਂਢੀ ਦਾ ਮਾੜਾ ਹੋ ਜੇ, ਫਲਾਣੇ ਦਾ ਐਂ ਹੋ ਜੇ, ਇਹ ਵੀ ਤਾਂ ਪਾਪ ਹੋ ਗਿਆ, ਪਾਪ ਦਾ ਬੀਜ ਬੀਜਿਆ ਗਿਆ ਸਮਝੋ। ਜਦੋਂ ਬੀਜ ਬੀਜਿਆ ਜਾਂਦਾ ਉਹ ਲੁਕਮਾ ਹੀ ਹੁੰਦਾ ਹੈ, ਤੇ ਜਦੋਂ ਉਗੜਦਾ ਫਿਰ ਪ੍ਰਗਟ ਹੁੰਦਾ ਹੈ ਉਹ। ਇਸ ਕਰਕੇ ਪਾਤਸ਼ਾਹ ਜੀ ਨੇ ਫਿਰ ਇਹ ਸ਼ਬਦ ਦਿੱਤਾ, ਕਹਿੰਦੇ ਆ ਸ਼ਬਦ ਪੜ੍ਹਿਆ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਹਗਾਰ। ਮਹਾਰਾਜ ਬਖਸ਼ ਲਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਈ ਪ੍ਰਸੰਨ ਬਾਗ ਕੋ ਕਹਿਆ ਘਰ ਕੋ ਕਾਜ ਸਵਨ ਕੋ ਲਹਿਓ। ਔਰ ਫਿਰ ਖੁਸ਼ੀ ਦੇ ਘਰ ਚ ਆਏ, ਕਹਿੰਦੇ ਮੈਨੂੰ ਪਤਾ ਹੈ ਸਾਰੀ ਦੁਨੀਆ ਧੰਦਿਆਂ 'ਚ ਫਸੀ ਹੋਈ ਹੈ, ਘਰ ਦੇ ਕੰਮ ਕੌਣ ਛੱਡਦਾ ਹੈ, ਗੁਰੂ ਪਿੱਛੇ ਤਾਂ ਕੋਈ ਵਿਰਲਾ ਹੀ ਛੱਡਦਾ ਹੈ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਘਰ ਦੇ ਕੰਮ ਤਾਂ ਸਾਰਿਆਂ ਨੇ ਕਰਨੇ ਐ, ਇਹ ਤਾਂ ਮੈਂ ਇੱਕ ਪ੍ਰੀਖਿਆ ਲਈ ਸੀ, ਭਲਾ ਮੈਂ 3 ਦਿਨਾਂ ਵਾਸਤੇ ਰੋਕਾਂ ਤਾਂ ਰੁਕਦੇ ਆ ਕਿ ਨਹੀਂ। ਗਗਨ ਭਵਨਾ ਰਟਾ ਸਤਨਾਮੋ ਸਤ ਸੰਗਤ ਸੇਵੋ ਅਪਰਮ। ਜਾਓ ਜਾਓ ਚਲੇ ਜਾਓ ਘਰ ਨੂੰ, ਪਰ ਸਤਨਾਮ ਦਾ ਜਾਪ ਕਰਿਆ ਕਰੋ। ਅੱਜ ਤੋਂ ਬਾਅਦ ਇਹੋ ਜੀ ਗਲਤੀ ਨਾ ਕਰੋ, ਗੁਰੂ ਤੇ ਭਰੋਸਾ ਰੱਖੋ ਔਰ ਪਰਮੇਸ਼ਰ ਨੂੰ ਸਿਮਰਿਆ ਕਰੋ, ਸਤ ਸੰਗਤ ਕਰਿਆ ਕਰੋ, ਚੰਗੀ ਤਰ੍ਹਾਂ ਸੇਵਾ ਕਰਿਆ ਕਰੋ, ਤੁਹਾਡਾ ਭਲਾ ਹੋਊਗਾ। ਜਾਓ, ਕੋਈ ਗੱਲ ਨਹੀਂ, ਮਾਫ ਕਰਤਾ ਹੁਣ ਤੁਹਾਨੂੰ। ਗੁਰ ਘਰ ਕੋ ਸਭ ਸਿਦਕ ਕਮਾਵਹ ਹੋਲ ਦੁਸ਼ਹਿਰਾ ਦਰਸ਼ਨ ਆਵਹ। ਔਰ ਗੁਰੂ ਘਰ ਤੇ ਭਰੋਸਾ ਰੱਖੋ। ਵਿਸਾਖੀ ਦੀਵਾਲੀ ਆਦਿ ਹੋਲੇ ਦੁਸ਼ਹਿਰੇ ਤੇ ਹੋਲੇ ਮਹੱਲੇ ਤੇ ਆਦਿ ਦੀਵਾਲੀ ਤੇ ਵਿਸਾਖੀ ਦਿਹਾੜੇ ਤੇ ਦਰਸ਼ਨ ਦਿਆ ਕਰੋ। ਸਨ ਬਖਸ਼ਣ ਕੋ ਸਭ ਹਰ ਖਾਏ ਕਰ ਜੋਰੈ ਸਭ ਸੀਸ ਨਿਵਾਈ। ਜਦੋਂ ਪਾਤਸ਼ਾਹ ਕਹਿੰਦੇ ਚੰਗਾ ਜਾਓ ਮਾਫ ਕੀਤਾ, ਪਰ ਗਾਹਾਂ ਨੂੰ ਭਰੋਸਾ ਰੱਖੋ, ਗੁਰੂ ਅਣਜਾਣ ਨਹੀਂ ਹੈਗਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਰੱਬ ਕਦੇ ਨਹੀਂ ਭੁੱਲਦਾ, ਆਪਾਂ ਸਾਰੇ ਭੁੱਲਣਹਾਰ ਹਾਂ। ਤਾਂ ਤੇ ਇਹ ਸੋਚ ਕੇ ਆਪਾਂ ਮੱਥਾ ਟੇਕੀਏ, ਇਹ ਨਾ ਕਹੀਏ ਕਿ ਬਾਬਾ ਜੀ ਮੈਨੂੰ 40 ਦਿਨ ਹੋ ਗਏ, ਇਹ ਕਹੀਏ ਕਿ ਅਸੀਂ ਭੁੱਲਣਹਾਰ ਹਾਂ। ਮਹਾਰਾਜ ਅੱਜ ਦੀ ਹਾਜ਼ਰੀ ਪ੍ਰਵਾਨ ਕਰੋ। ਕੋ ਸਤਨਾਮ। ਰੋਜ਼ ਆਉਣਾ, ਇਕੱਲੇ 40 ਦਿਨ ਕਿਉਂ ਆਉਣਾ ਬਈ, ਰੋਜ਼ ਆਉਣਾ ਹੈਗਾ, ਕਿਉਂਕਿ ਰੋਟੀ ਵੀ ਰੋਜ਼ ਖਾਂਦੇ ਆ ਤੇ ਗੁਰੂ ਦੀ ਵੀ ਰੋਜ਼ ਲੋੜ ਹੈ ਸਾਨੂੰ। ਮੇਰੇ ਪ੍ਰੀਤਮ ਜੀ ਕਹਿੰਦੇ ਜਾਓ, ਖੁਸ਼ੀ ਆ ਤੁਹਾਨੂੰ। ਤਾਂ ਫਿਰ ਉਹ ਘਰਾਂ ਨੂੰ ਚਲੇ ਗਏ ਆਪਣੀ ਕਲਿਆਣ ਲੈ ਕੇ ਜੇ। ਗਵਨੇ ਭਵਨ ਕੋਈ ਗੁਰ ਕੈ ਲੈ ਕੇ ਬਹੁ ਕਲਿਆਣ ਆਪਣੀ ਪੈ ਕੇ। ਹੱਥ ਜੋੜ ਕੇ ਮੱਥੇ ਟੇਕਦੇ ਆ, ਨਾਲੇ ਮਾਫੀਆਂ ਮੰਗਦੇ ਆ। ਸ਼ਰਮਸ਼ਾਰ ਵੀ ਹੋਏ, ਪਰ ਗੁਰੂ ਨੇ ਬਚਾ ਲਏ, ਨਹੀਂ ਤਾਂ ਨਰਕਾਂ ਨੂੰ ਜਾਣੇ ਸੀ। ਕਹਿ ਕੈ ਸਤਿਗੁਰ ਕੋ ਜਸ ਫੈਲਾ ਕਲ ਕੇ ਕਲ ਮਲ ਸਕਲ ਕਟੈਲਾ। ਤਾਂ ਹੁਣ ਗੁਰੂ ਦੀ ਸਿਫਤ ਹੋਰ ਵੀ ਫੈਲ ਗਈ ਕਿ ਗੁਰੂ ਜਿਹੜਾ ਵਾਕਿਆ ਯਾਰ ਅੰਤਰਜਾਮੀ ਹੈ, ਉਹ ਤਾਂ ਸਭ ਜਾਣਦਾ ਹੈ। ਨਾਲੇ ਸਿਫਤ ਹੁੰਦੀ ਆ, ਨਾਲੇ ਸੰਗਤਾਂ ਦਾ ਸਿਦਕ ਹੋਰ ਵੀ ਪੱਕਾ ਹੋ ਜਾਂਦਾ ਹੈ। ਦੋਹਰਾ ਮੇਲ ਮੇਖਾ ਸੰਕ ਕਰਾਂਤਾ ਕੋ ਚਾਹਤ ਸਤੇ ਸਮਦਾਈ। ਆਣ ਆਨੰਦ ਪਰ ਕੇ ਵਿਖੈ ਦਰਸ ਆਨੰਦ ਕੋ ਪਾਈ। ਇਹ ਸਾਖੀ ਪੂਰੀ ਹੋਈ, ਦੂਸਰੀ ਸਾਖੀ ਚੱਲਦੀ ਹੈ। ਮੇਖ ਕਹਿੰਦੇ ਆ ਵਿਸਾਖੀ ਦੀ ਸੰਗਰਾਂਦ ਆਈ ਆ, ਅਗਲੇ ਸਾਲ ਕਿਤੇ ਵਿਸਾਖੀ ਦਾ ਮਹੀਨਾ ਚੜਿਆ ਹੈ, ਔਰ ਹਰ ਵਿਸਾਖੀ ਤੇ ਸੰਗਤਾਂ ਬੜੇ ਚਾਅ ਨਾਲ ਆਉਂਦੀਆਂ ਹਨ। ਸਤਿਗੁਰ ਵਸਤਰ ਸ਼ਸਤਰ ਕੋ ਪਹਿਰੇ ਆਣ ਸਿੰਘਾਸਨ ਪਰ ਤਬ ਠਹਿਰੀ। ਔਰ ਵਿਸਾਖੀ ਦੀ ਸੰਗਰਾਂਦ ਵਾਲੇ ਦਿਨ, ਵਿਸਾਖੀ ਵਾਲੇ ਦਿਨ ਸੰਗਤਾਂ ਆਈਆਂ, ਦੀਵਾਨ ਸਜੇ ਆ। ਸਤਿਗੁਰੂ ਵੀ ਸ਼ਸਤਰ ਵਸਤਰ ਪਹਿਨ ਕਰਕੇ ਤਿਆਰ ਪਰ ਤਿਆਰ ਹੋ ਕੇ ਸਿੰਘਾਸਣ ਤੇ
ਆਪ ਰਾਜੇ ਜੀ। ਸੋ ਭਟ ਸਵਾ ਸਤ ਸਵਾ ਮਝਾਰੀ ਤੇਰੇ ਨਾਮ ਕਰ ਦਰਸ ਨਿਹਾਰੀ। ਔਰ ਸਤਿਗੁਰਾਂ ਦੇ ਯੋਧੇ ਵੀ ਸ਼ਸਤਰ ਵਸਤਰ ਪਹਿਨ ਕੇ ਸਤਿਗੁਰਾਂ ਦੀ ਸਭਾ ਦੇ ਵਿੱਚ ਆਸੇ ਪਾਸੇ ਬੈਠ ਗਏ ਹਨ। ਸੰਗਤ ਆਵੇ ਅਰਪ ਅਕੋਰ ਹੈ ਪਕ ਪੰਕਜ ਬੰਦੈ ਕਰ ਜੂਰ ਹੈ। ਔਰ ਸਿੱਖ ਸੰਗਤਾਂ ਗੁਰੂ ਪਿਆਰਿਓ ਕੋਈ ਸਾਲ ਬਾਅਦ ਆਉਂਦਾ, ਕੋਈ 6 ਮਹੀਨਿਆਂ ਬਾਅਦ ਆਉਂਦਾ। ਦੀਵਾਲੀ ਤੇ ਵਿਸਾਖੀ ਤਾਂ ਪੱਕੀ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਸਿੱਖ ਸੰਗਤਾਂ। ਇਸ ਕਰਕੇ ਜੋ ਭੇਟਾਵਾਂ ਲੈ ਕੇ ਆਏ ਪਿਛਲੇ 6 ਮਹੀਨਿਆਂ 'ਚ ਇਕੱਤਰ ਕੀਤੀਆਂ ਉਹ ਪੇਸ਼ ਕਰਦੇ ਹਨ। ਉਹ ਬੈਠਾ ਕੋ ਕਰੋ ਨਿਹਾਰ ਤਿਰਪਤੈ ਨਹੀਂ ਹਰ ਕਪਰ ਤਾਰ ਹੈ। ਔਰ ਕੋਈ ਬੈਠ ਕੇ ਦਰਸ਼ਨ ਕਰ ਰਿਹਾ, ਕੋਈ ਖੜਾ ਦਰਸ਼ਨ ਕਰ ਰਿਹਾ ਤੇ ਦਰਸ਼ਨ ਕਰ ਕਰ ਵੀ ਸੰਗਤਾਂ ਰੱਜਦੀਆਂ ਨਹੀਂ। ਕਬਾਣ ਜਾਤਾ ਜਨ ਅਗ ਰਗਨਾਥਾ ਲੋਕ ਆਦ ਕੇ ਟਿਕ ਹੈ ਮਾਥਾ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਅਯੁੱਧਿਆ ਵਿੱਚ ਰਾਮਚੰਦਰ ਨੂੰ ਲੋਕ ਮੱਥੇ ਟੇਕਦੇ ਹਨ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪਣੀਆਂ ਸਿੱਖ ਸੰਗਤਾਂ ਵਿੱਚ ਸੁਭਾਏ ਮਾਨ ਹਨ। ਮਨੋ ਦਵਾਰ ਕਾ ਮੈਂ ਘਨ ਸ਼ਾਮੂ ਜਾਦਵ ਦੇਖੈ ਦਤ ਅਪਰਮੂ। ਜਿਵੇਂ ਯਾਦਵਾਂ ਦੇ ਲੋਕ ਕ੍ਰਿਸ਼ਨ ਜੀ ਨੂੰ ਪਿਆਰ ਕਰਦੇ ਆ, ਇਦਾਂ ਸਿੱਖ ਸੰਗਤਾਂ ਗੁਰੂ ਸਾਹਿਬ ਨੂੰ ਪਿਆਰ ਕਰਦੀਆਂ। ਸਾਹਮਣੇ ਬੈਠ ਕੇ ਕੋਈ ਖੜਾ ਹੋ ਕੇ ਦਰਸ਼ਨ ਕਰ ਰਿਹਾ ਹੈ। ਜਿਵੇਂ ਗੁਰੂ ਪਿਆਰਿਓ ਚੰਦਰਮਾ ਨੂੰ ਜਿਹੜਾ ਹੈ ਉਹ ਜਾਨਵਰ ਚਕਵਾ ਤੇ ਚੱਕਵੀ ਦੋਨੇ ਚੰਦਰਮਾ ਨੂੰ ਬੜਾ ਪਿਆਰ ਕਰਦੇ ਆ। ਚੰਦਰਮਾ ਨੂੰ ਕਿਉਂ ਪਿਆਰ ਕਰਦੇ ਆ ਭਲਾ? ਚਕਵਾ ਤੇ ਚੱਕਵੀ ਦੋਨਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ, ਪਰ ਇੱਕ ਦੂਜੇ ਨੂੰ ਵੇਖ ਸਕਦੇ ਆ ਰਾਤ ਨੂੰ ਚੰਦਰਮਾ ਦੇ ਚਾਨਣ ਕਰਕੇ। ਕੋ ਸਤਨਾਮ ਸਿੰਘ। ਇਸੇ ਤਰ੍ਹਾਂ ਹੀ ਆਤਮਾ ਤੇ ਪ੍ਰਮਾਤਮਾ ਦਾ ਬਹੁਤ ਪਿਆਰ ਹੈ, ਪਰ ਦੋਨਾਂ ਨੂੰ ਦਰਸ਼ਨ ਕਰਾਉਣ ਵਾਲਾ ਗੁਰੂ ਹੈ। ਇਸੇ ਤਰ੍ਹਾਂ ਜਿਵੇਂ ਚਕਵਾ ਚੱਕਵੀ ਚੰਦਰਮਾ ਨੂੰ ਪਿਆਰ ਕਰਦੀ ਹੈ, ਐਵੇਂ ਸਿੱਖ ਸੰਗਤਾਂ ਗੁਰੂ ਨੂੰ ਪਿਆਰ ਕਰਦੀਆਂ ਹਨ। ਬਦਨ ਚੰਦ ਕਾ ਮਨ ਚਕੋਰੇ ਇੱਕ ਟਕ ਨੇਤਰ ਲਗੇ ਗੁਣ ਪੌਰੇ। ਜਿਵੇਂ ਚਕੋਰ ਇੱਕ ਟਕ ਚੰਦਰਮਾ ਨੂੰ ਦੇਖਦੀ ਹੈ। ਹਿਰਦੈ ਬਲੰਦ ਆਨੰਦ ਸੰਗਤ ਚੌਦਿਸ ਪਿਕੈ ਬ੍ਰਿੰਦ ਕਰ ਪੰਗਤ। ਚਕੋਰਾਂ ਦੀ ਨਿਆਈ ਸਤਿਗੁਰਾਂ ਦੇ 4 ਛਪੇਰੇ ਬੇਅੰਤ ਸੰਗਤਾਂ ਬੈਠੀਆਂ ਦਰਸ਼ਨ ਕਰ ਰਹੀਆਂ ਜੀ। ਇਕ ਸਿੱਖ ਆਏ ਸਿੱਖਨੀ ਸਹਿਤਾ ਬੰਧਨ ਕਰੀ ਭਉ ਮਨ ਮਹਿਤਾ। ਔਰ ਇੱਕ ਸਿੱਖ ਤੇ ਸਿੱਖਣੀ ਵੀ ਇਸ ਵਿਸਾਖੀ ਤੇ ਆਏ ਨੇ, ਦੋਨਾਂ ਨੇ ਆ ਨਮਸਕਾਰ ਕੀਤੇ ਹੈ। ਹੱਥ ਜੋੜ ਕਰ ਬਿਨੈ ਬਖਾਨੀ ਸਾਚੇ ਪਾਤਸ਼ਾਹ ਸੁਖਦਾਨੀ। ਔਰ ਇਹਨਾਂ ਨੇ ਆ ਨਮਸਕਾਰ ਕੀਤੀ, ਬੇਨਤੀ ਕੀਤੇ ਜੇ। ਇਕ ਸਤ ਹਮਰੇ ਦਿਓ ਸੋ ਰਾਵਰ ਤਜ ਕਰਨੀ ਫਿਰਿਆ ਜਨ ਥਾ ਬਾਵਰ। ਮਹਾਰਾਜ ਜੀ ਬੇਨਤੀ ਆ। ਹਾਂ ਸਿੱਖੋ ਦੱਸੋ। ਮਹਾਰਾਜ ਆਪ ਜੀ ਨੇ ਸਾਡੇ ਘਰ ਇੱਕ ਪੁੱਤਰ ਦੀ ਦਾਤ ਬਖਸ਼ੀ ਹੈ ਔਰ ਅਸੀਂ ਉਹਦਾ ਵਿਆਹ ਕਰ ਦਿੱਤਾ, ਪਰ ਹੁਣ ਉਹ ਘਰ ਵਾਲੀ ਨੂੰ ਛੱਡ ਕੇ ਕਮਲਾ ਹੀ ਹੋਇਆ ਫਿਰਦਾ ਹੈ। ਭਲੇ ਸੇ ਕੀਤਨ ਜਾਵਿਆਹੀ ਹੈ ਅਬੋਲ ਸੰਗ ਬੋਲਤ ਨਾਹੀ। ਔਰ ਜਿਹੜੀ ਲੜਕੀ ਹੈ ਬਹੂ ਹੈ ਉਹ ਸਿਆਣੇ ਸਿੱਖਾਂ ਦੀ ਹੈ, ਸਿਆਣੇ ਘਰਾਣੇ ਦੀ ਪਰਿਵਾਰ ਦੀ ਹੈ, ਪਰ ਸਾਡਾ ਬੱਚਾ ਜਿਹੜਾ ਉਸ ਨੂੰ ਬੁਲਾਉਂਦਾ ਹੀ ਨਹੀਂ, ਉਹਨਾਂ ਗੱਲ ਨਹੀਂ ਕਰਦਾ, ਕਾਮਲ ਮਾਰਦਾ ਫਿਰਦਾ ਹੈ। ਹਮੇ ਨਹੀਂ ਦੁਖ ਬਹੁ ਸਮਝਾਵਹਿ ਨਿਰਮੋਹੀ ਬਚਾ ਤਹ ਸੁਨ ਪਾਵਹਿ। ਅਸੀਂ ਬਹੁਤ ਦੁਖੀ ਹਾਂ ਮਹਾਰਾਜ, ਬੜਾ ਸਮਝਾਉਂਦੇ ਹਾਂ, ਪਰ ਉਹ ਬੜੇ ਹੀ ਨਿਰਮੋਹੀ ਹੋ ਗਿਆ, ਕਠੋਰ ਬਚਨ ਬੋਲਦਾ ਹੈ ਅੱਗੋਂ। ਤਜੋ ਦੇਸ ਮੈਂ ਜਾਓ ਬਦੇਸਾ ਧਰ ਫਕੀਰੀ ਤਿਆਗ ਅਸੀਸਾ। ਜੇ ਅਸੀਂ ਕਹਿੰਦੇ ਆ ਭਾਈ ਤੇਰਾ ਪਰਿਵਾਰ ਹੈ, ਆਪਦੇ ਘਰੇ ਰਹਿ, ਗੱਲਬਾਤ ਕਰ, ਆਪਦਾ ਜਲ ਪਾਣੀ ਘਰੇ ਛਕ, ਤੂੰ ਆਪਸ ਵਿੱਚ ਇੱਕ ਦੂਜੇ ਨਾਲ ਬੋਲੋ ਗੱਲੋ ਗੱਲਬਾਤ ਕਰੋ। ਅੱਗੋਂ ਕਹਿੰਦਾ ਮੈਂ ਤਾਂ ਘਰ-ਬਾਰ ਛੱਡ ਕੇ ਫਕੀਰ ਬਣ ਕੇ ਚਲਿਆ ਜਾਵਾਂਗਾ। ਸ੍ਰੀ ਮੁਖ ਕਹਿਓ ਅਵੈ ਸਿਖ ਜਾਵੋ ਸੁਤ ਹਕਾਰ ਕਰ ਹਮ ਡਿਗ ਲਿਆਵੋ। ਪਾਤਸ਼ਾਹ ਕਹਿੰਦੇ ਵੀ ਐਂ ਕਰੋ, ਤੁਸੀਂ ਆਪਦੇ ਪੁੱਤਰ ਨੂੰ ਮੇਰੇ ਕੋਲ ਲੈ ਕੇ ਆਓ। ਸੁਣ ਆਇਸ ਆਨੋ ਤਤਕਾਲਾ ਕਰ ਜੋਰੇ ਫਿਰ ਅਗਰ ਕਿਰਪਾਲਾ। ਔਰ ਜਾ ਕੇ ਆਪਣੇ ਬੱਚੇ ਨੂੰ ਸਤਿਗੁਰਾਂ ਦੀ ਹਜ਼ੂਰੀ 'ਚ ਲਿਆਏ।
ਸਿੱਖ ਸਾਹਮਣੇ ਆ ਕੇ ਉਹ ਬੱਚਾ ਸਿੱਖਾਂ ਦਾ ਬੈਠ ਗਿਆ ਹੈ। ਵੇਖਾ ਸਿੱਖ ਸੁਤ ਕਾ ਕਹਿਓ ਗਸਾਈ, ਤੋਹੇ ਮਾਤ ਪਿਤ ਕਹਾਂ ਅਲਾਈ। ਪਾਤਸ਼ਾਹ ਕਹਿੰਦੇ ਪੁੱਤਰਾ ਆ ਤੇਰੇ ਮਾਪਿਓ ਕੀ ਕਹਿੰਦੇ ਨਾ? ਹਮਾਰਾ ਸਤ ਜਗ ਤੇ ਹੋਏ ਨਿਆਰੋ, ਭਇਓ ਦਾਸ ਦੇਖ ਦੁਖ ਭਾਰੋ। ਇਹ ਕਹਿੰਦੇ ਸਾਡਾ ਇੱਕੋ ਇੱਕ ਪੁੱਤਰ ਹੈ ਮਹਾਰਾਜ ਦੇਖੋ, ਤੇ ਇਹ ਸਾਨੂੰ ਛੱਡ ਕੇ ਜਾਣ ਨੂੰ ਫਿਰਦਾ ਹੈ, ਉਦਾਸ ਹੋਇਆ ਫਿਰਦਾ ਹੈ। ਜਾਂਦੇ ਹਮ ਤਹਿ ਪੂਜਨ ਕਰੈ, ਕਿਉ ਕਰ ਕਾਪਾ ਵਿਰਾਗ ਪੁਰ ਧਰੈ। ਬਈ ਤੈਨੂੰ ਘਰੋਂ ਨਿਕਲਣ ਦਾ ਬਰਾਕ ਕਿਵੇਂ ਪੈਦਾ ਹੋ ਗਿਆ ਫਕੀਰ ਬਣਨ ਦਾ? ਨਾਮ ਕੌਣ ਯਾਰ ਸਿੱਖ ਕਿਸ ਕੇਰਾ, ਪਰਚਾ ਕਿਸ ਪਾਕਾਰ ਕੋ ਤੇਰਾ। ਤੂੰ ਕਿਹਨੂੰ ਮੰਨਦਾ ਹੈ? ਭਾਵ ਕਿਸੇ ਹੋਰ ਸਾਧ ਦੇ ਢਹੇ ਤਾਂ ਨਹੀਂ ਚੜ ਗਿਆ, ਕਿਤੇ ਸਿੱਖ ਹੁੰਦਾ ਹੈ, ਕਿਸੇ ਦਾ ਚੇਲਾ ਬਣਨਾ, ਸੇਵਕ ਬਣਨਾ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਕੋਈ ਕਿਸੇ ਦਾ ਸਿੱਖ ਹੈ, ਕੋਈ ਕਿਸੇ ਦਾ ਸਿੱਖ ਹੈ, ਕੋਈ ਸਤਨਾਮ ਸਿੰਘ। ਪਾਤਸ਼ਾਹ ਕਹਿੰਦੇ ਤੂੰ ਕਿਹਦਾ ਸਿੱਖ ਹੈ? ਭਾਵ ਕਿਹਦੀ ਸਿੱਖਿਆ ਲੈ ਲਈ ਹੈ ਤੂੰ? ਕਿਹਦੇ ਨਾਲ ਤੇਰਾ ਪਰਚਨਾ ਹੋਇਆ? ਸਤਸੰਗ ਕਰਦਾ ਹੈ। ਵੈਸੇ ਅਸ਼ਟ ਦਾ ਸੰਮਤ ਤੇਰੀ, ਲਕੀਅਤ ਕਾ ਸਭ ਸਚ ਇਹ ਮੇਰੀ। ਔਰ ਤੇਰੀ ਸਾਰੀ 18 ਸਾਲ ਦੀ ਹਜੇ ਉਮਰ ਹੈ। ਭੋਗੇ ਭੋਗ ਜਿਨਾ ਬਿਰਧ ਹੋਏ, ਤਿਨੋ ਬਿਰਾਗ ਨ ਉਪਜਹਿ ਕੋਈ। ਪਰ ਹੈਰਾਨੀ ਦੀ ਗੱਲ ਹੈ, ਵੀ ਚੰਗੀ ਗੱਲ ਹੈ, ਪਰਮੇਸ਼ਰ ਨਾਲ ਜੁੜਨਾ ਚੰਗੀ ਗੱਲ ਹੈ, ਪਰ ਇਹੋ ਜਿਹਾ ਬਰਾਗ ਤਾਂ ਬੁਢਾਪੇ ਵਿੱਚ ਵੀ ਨਹੀਂ ਮਸਾ ਆਉਂਦਾ। ਬੰਦਾ ਬੁੱਢਾ ਹੋਇਆ ਵੀ ਘਰ-ਬਾਰ ਛੱਡਣ ਨੂੰ ਤਿਆਰ ਨਹੀਂ, ਤੇ ਤੂੰ ਬਚਪਨ ਵਿੱਚ ਹੀ ਘਰ ਛੱਡਣ ਨੂੰ ਫਿਰਦਾ ਹੈ। ਭਾਗ ਪ੍ਰਥਮ ਕਾ ਵੜ ਲਿਖ ਪਾਇਓ, ਤਵ ਦਰਸ਼ਨਾ ਹਮ ਚਹਿ ਬਲਵਾਇਓ। ਪਾਤਸ਼ਾਹ ਕਹਿੰਦੇ ਵੈਸੇ ਤੇਰੇ ਵੱਡੇ ਭਾਗ ਹੈ ਜਿਹੜਾ ਤੂੰ ਰੱਬ ਨਾਲ ਮਿਲਣ ਦਾ ਬਰਾਗ ਕੀਤਾ ਹੈ। ਤੇਰੇ ਦਰਸ਼ਨਾਂ ਵਾਸਤੇ ਮੈਂ ਤੈਨੂੰ ਆਪਦੇ ਕੋਲ ਸੱਦਿਆ। ਸੁਣ ਸੇਕਾ ਸਤ ਕਰ ਜੋਰਤ ਪ੍ਰਾਹੂ, ਕਿਉ ਮੁਝ ਹਸੋ ਸਾਚ ਪਤ ਸ਼ਾਹੂ। ਸਿੱਖ ਕਹਿੰਦਾ ਮਾਰਾ ਕਿਉਂ ਮਜ਼ਾਕ ਕਰਦੇ ਹੋ ਮੇਰੇ ਤੇ? ਭਾਵ ਜਲ ਜੀਵ ਸੋ ਪਹਿ ਮਜਾਰੀ, ਤੁਮ ਦਰਸ਼ਨ ਕਰ ਉਤਰਹਿ ਪਾਰੀ। ਅਸੀਂ ਤਾਂ ਮਾਰਾ ਤੁਹਾਡੇ ਦਰਸ਼ਨ ਕਰਕੇ ਪਾਰ ਉਤਰੇ ਆ, ਤੇ ਤੁਸੀਂ ਸਾਨੂੰ ਕਹਿ ਰਹੇ ਹੋ, ਮੈਨੂੰ ਕਹਿ ਰਹੇ ਹੋ ਕਿ ਮੈਂ ਤੇਰੇ ਦਰਸ਼ਨਾਂ ਲਈ ਤੈਨੂੰ ਸੱਦਿਆ। ਅਣਜਾਨ ਨਾ ਸਭ ਕੋ ਤਮ ਜਾਨੋ, ਜਾਣ ਬੋਝ ਕਿਮ ਬੋਝਨ ਠਾਨੋ। ਤੁਸੀਂ ਮੈਨੂੰ ਕਿਉਂ ਪੁੱਛਦੇ ਹੋ? ਤੁਹਾਨੂੰ ਸਾਰਾ ਪਤਾ ਹੈ। ਨਾਮ ਆਨੰਦ ਸਿੰਘ ਹੈ ਮੇਰਾ, ਸ੍ਰੀ ਸਤਿਗੁਰ ਕਾ ਸਿੱਖ ਚੇਤ ਚੇਰਾ। ਮੇਰਾ ਨਾਮ ਆਨੰਦ ਸਿੰਘ ਹੈ ਔਰ ਮੈਂ ਤੁਹਾਡਾ ਹੀ ਸਿੱਖ ਹਾਂ। ਭਇਓ ਬਿਰਾਗ ਪਠਤ ਗੁਰਬਾਣੀ, ਇਮ ਕਹਿ ਗਾਥਾ ਭਵਰ ਬਖਾਨੀ। ਤੁਹਾਡਾ ਹੀ ਸਿੱਖ ਹਾਂ ਮਹਾਰਾਜ। ਮੈਂ ਗੁਰਬਾਣੀ ਪੜ੍ਹਦਿਆਂ ਮੈਨੂੰ ਸੰਸਾਰ ਤੋਂ ਬਰਾਗ ਹੋ ਗਿਆ। ਹੋਰ ਕੀ ਗੱਲਾਂ ਬਾਤਾਂ ਹੋਈਆਂ ਇਹ ਸਿੱਖ ਦੇ ਨਾਲ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਮੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ ਲੈਣ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣ ਦਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਨੇਕਾ। ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੈ ਪਿਹੋਵਨ ਹਾਰ। ਹੇ ਸੰਤ ਕੈ ਸਦਾ ਸੰਗ, ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ, ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਹੈ ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਤ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।